साहिब जियो सूही शंत महला चौथा। मारहिस बेजन हो मैं बिखिया जिन हर प्रभ मिलन ना दितिया। मारहिस बेजन हो मैं बिखिया जिन हर प्रभ मिलन ना दितिया। दे कंचन बेबनिया इन्हों मैं मार बिगुतिया। मोह माया बे सब काल खा इन मन मुख मूड़ सुजितिया। जन नानक गुरमुख उबरे गुर शब्दी हो मैं छुटिया। जन नानक गुरमुख उबरे गुर शब्दी हो मैं छुटिया। शब्द गुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे विच रोज़ दे नेम मुताबक जुड़ रहे गुरु प्यारिओ, आप सारे ही अति सत्कारयोग धनता दे योग हो जो आपां एक शब्द राग सूही दे विचों 776 नंबर अंक तो धन गुरु रामदास महाराज जी की मुबारक रसना दे राहीं उचारण होया। उहदे विचों एक बंद सरवण कीता है। उसे ही शब्द दे बंद दी विचार पूरे पूरे ध्यान दे नाल समझण दा यतन करना। विचार दी आरंभता तो पहला आपस विच गुरफतेह दी सांझ पाउणी। सब ने बोलना जी आखिओ वाहिगुरू जी का खालसा वाहिगुरू जी की फतेह। अज दे इस पावन शब्द दे राहीं धन गुरु रामदास महाराज ने बड़ी बख्शिश कीती आ। सूही शंत महला चौथा। अगे जिक्र किया है मारहिस बेजन हो मैं विख्या जिन हर प्रभ मिलन ना दितिया। आपां नूं पता कई बार ये चांस हर एक बंदे दे नाल वापरिया वैगा। मान लो भी मेरा कोई बचपन का मित्र सी ते हुण वो मित्र नालों मेरी बन गई दूरी। पर अज मेरे मन के अंदर ना एक ख्याल बनिया पिया भी मैं मेरे मित्र नूं मिलना। हुण उत्थे जिहड़ी सब तो वड्डी कमी आ कमजोरी आ वो ये आ आत्मा कहती है मिलण नूं ते मन आ जिहड़ा वो हौमे का शिकार हो गया। जां मन लो भी किसी होर बीमारी का शिकार हो गया। हुण उत्थे मन आ जिहड़ा वो जवाब दे जांदा जिहड़ा तेरा मित्र आ ना बहुत वड्डा अफसर बन गया, उहनूं किवें मिलेगा, तेरे च आ भी कमी आ, तू नशे भी कर दांगा, तेरा जीवन भी नहीं वधिया। मतलब कोई ना कोई उहनूं अपने च घाट दिसण लग गई। फिर बंदा अपने मन दे नाल ही समझौता कर लैंदा छड्ड खड़ा आपां की लैणा,
ਜਿਹੋ ਜਿਹਾ ਵਕਤ ਗੁਜ਼ਾਰ ਲਿਆ, ਉਹ ਆਪਦੀ ਥਾਂ 'ਤੇ ਠੀਕ ਆ ਅਤੇ ਆਪਾਂ ਆਪਦੀ ਥਾਂ 'ਤੇ ਠੀਕ ਆ। ਮਤਲਬ ਤਮੰਨਾ ਹੋਈ ਮਿਲਣ ਦੀ, ਪਰ ਕੋਈ ਨਾ ਕੋਈ ਕਮੀ ਮੂਹਰੇ ਆ ਗਈ, ਨਸ਼ਿਆਂ ਦੀ, ਵਿਸ਼ੇ ਵਿਕਾਰਾਂ ਦੀ, ਆਪਣੇ ਆਪ ਅੰਦਰ ਵੱਡੇ ਤੇ ਛੋਟੇ ਦੀ, ਉਹ ਯਾਰ ਤਕੜਾ ਮੈਂ ਮਾੜਾ, ਕਿੱਥੇ ਮਿਲਾਂਗੇ, ਕੀ ਪਤਾ ਮਿਲੂ, ਪਤਾ ਨਹੀਂ ਨਾ। ਮਤਲਬ ਇਵੇਂ ਜਿਵੇਂ ਕਮੀ ਆ ਗਈ, ਕੋਈ ਨਾ ਕੋਈ ਕਮਜ਼ੋਰੀ ਉਹ ਸਾਡੀ ਮਨ ਦੀ ਸਕਰੀਨ 'ਤੇ ਆ ਵੜੀ। ਉਹ ਜਿਹੜੀ ਮਨ ਦੀ ਸਕਰੀਨ 'ਤੇ ਨਾ ਕਮੀ ਆਈ ਆ, ਬਿਮਾਰੀ ਆਈ ਆ, ਉਹਨੇ ਸਾਨੂੰ ਸਾਡੇ ਮਿੱਤਰ ਤੱਕ ਮਿਲਣ ਨਹੀਂ ਦਿੱਤਾ। ਹੁਣ ਇੱਥੇ ਗੁਰੂ ਸਾਹਿਬ ਜੀ ਨੇ ਦੱਸਿਆ, ਕਹਿੰਦੇ ਸਾਡਾ ਇੱਕ ਮੁੱਢ ਤੋਂ ਮਿੱਤਰ ਆ, ਉਹ ਆ ਪਰਮਾਤਮਾ। ਹੁਣ ਵਾਹਿਗੁਰੂ ਪਰਮਾਤਮਾ ਦੇ ਨਾਲ ਮੇਲ ਤਾਂ ਸਾਡਾ ਬੜੇ ਲੰਬੇ ਟਾਈਮ ਤੋਂ ਨਾ, ਜਨਮ ਤੋਂ ਮੇਲ ਆ ਸਾਡਾ। ਜਿੱਦਣ ਦਾ ਪਰਮਾਤਮਾ ਉਦੋਂ ਦੀ ਅਸੀਂ ਆ। ਪਰ ਉਹ ਗੱਲ ਅਲੱਗ ਆ ਗਈ, ਵੱਖਰੀ ਆ ਵੀ ਅਸੀਂ ਬੰਦੇ ਦੇ ਜਾਮੇ ਵਿੱਚ ਹੁਣ ਆਏ ਆ। ਇਦੋਂ ਪਹਿਲਾਂ ਸੀ ਜਾਂ ਨਹੀਂ ਸੀ ਉਹਦੇ ਬਾਰੇ ਕੋਈ ਪਤਾ ਨਹੀਂ। ਬਾਅਦ ਵਿੱਚ ਜਾਵਾਂਗੇ ਬੰਦੇ ਦੇ ਜਨਮ 'ਚ ਜਾਂ ਨਾ ਜਾਵਾਂਗੇ ਕੋਈ ਪਤਾ ਨਹੀਂ। ਪਰ ਇਹ ਗੱਲ ਜ਼ਰੂਰ ਸੱਚੀ ਆ, ਗੁਰੂ ਸਾਹਿਬ ਜੀ ਕਹਿੰਦੇ ਵੀ ਜਦੋਂ ਦਾ ਪਰਮਾਤਮਾ ਉਦੋਂ ਦੇ ਅਸੀਂ ਆ। ਹੁਣ ਮੰਨ ਲਓ ਸੋਨੇ ਦੀ ਗੰਢ ਤਾਂ ਹੈ, ਪਰ ਸੋਨੇ ਦਾ ਗਹਿਣਾ ਉਹ ਬਾਅਦ 'ਚ ਘੜਿਆ ਗਿਆ। ਹੁਣ ਸੋਨਾ ਤਾਂ ਹੈਗਾ ਨਾ, ਇਹ ਗੱਲ ਨਹੀਂ ਵੀ ਸੋਨਾ ਨਹੀਂ ਹੈਗਾ ਗਾ, ਸੋਨਾ ਹੈਗਾ, ਪਰ ਉਹ ਕਿਸੇ ਡਲੀ ਦੇ ਰੂਪ 'ਚ ਆ। ਉਹਦੇ ਵਿੱਚੋਂ ਗਹਿਣੇ ਦੇ ਲਈ ਥੋੜ੍ਹਾ ਜਿਹਾ ਹਿੱਸਾ ਲੈਤਾ ਗਿਆ, ਗਹਿਣਾ ਬਣਾ ਦਿੱਤਾ। ਹੁਣ ਗਹਿਣੇ ਨੂੰ ਦੁਬਾਰਾ ਢਾਲ ਕੇ ਕੋਈ ਹੋਰ ਗਹਿਣਾ ਬਣਾ ਦਿੱਤਾ, ਫਿਰ ਉਹਨੂੰ ਢਾਲ ਕੇ ਕੋਈ ਹੋਰ ਗਹਿਣਾ ਬਣਾ ਦਿੱਤਾ। ਮਤਲਬ ਸੋਨਾ ਹੈ, ਗਹਿਣਿਆਂ ਦਾ ਰੂਪ ਬਦਲਦਾ ਰਹਿੰਦਾ। ਸਾਡੀ ਜੀਵ ਆਤਮਾ ਪਰਮਾਤਮਾ ਦਾ ਜੋ ਇੱਕ ਜੀਵ ਹੈ, ਅੰਸ਼ ਹੈ, ਉਹ ਹੈ, ਪਰ ਜਿਹੜਾ ਸਾਡਾ ਸਰੀਰ ਆ ਇਹਨੂੰ ਬਦਲਵਾਂ ਰੂਪ ਮਿਲ ਜਾਂਦਾ, ਕਦੇ ਕੋਈ ਕਦੇ ਕੋਈ। ਜਿਹੜੀ ਅੰਦਰ ਦੀ ਜੀਵ ਆਤਮਾ ਉਹ ਜਦੋਂ ਦਾ ਪਰਮਾਤਮਾ ਉਦੋਂ ਦਾ ਕੋਈ ਆ। ਹੁਣ ਗੱਲ ਕੀ ਆ ਵੀ ਸਾਡੀ ਜਿਹੜੀ ਪਰਮਾਤਮਾ ਨੇ ਜਿਹੜਾ ਮੁੱਢ ਤੋਂ ਜਾਰੀ ਹੈਗੀ। ਹੁਣ ਗੁਰਬਾਣੀ ਦੇ ਵਿੱਚ ਬਹੁਤ ਅਸੀਂ ਪੜ੍ਹਦੇ ਆ ਨਾ ਵੀ ਉਹ ਪਰਮਾਤਮਾ ਸਾਡੇ ਨਾਲ ਇੰਨੀ ਕੁ ਮਿੱਤਰਤਾ ਪਗਾਉਂਦਾ ਵੀ ਮੇਰੀ ਇਹ ਵਿਅਕਤੀ ਦੇ ਨਾਲ, ਇਸ ਜੀਵ ਦੇ ਨਾਲ ਮੁੱਢ ਤੋਂ ਜਾਰੀ ਆ ਤੇ ਕਦੇ ਮੈਂ ਇਹਦਾ ਸਾਥ ਨਾ ਛੱਡਾਂ। ਉਹ ਪਰਮਾਤਮਾ ਅੰਦਰ ਤਾਂ ਹਾਵ ਭਾਵ ਨੇ, ਪਰ ਸਾਡੇ ਅੰਦਰ ਨਹੀਂ, ਸਾਡੇ ਅੰਦਰ ਉਹ ਖਤਮ ਹੋ ਗਏ। ਕੱਲ੍ਹ ਵੀ ਆਪਾਂ ਇਹੀ ਸੁਣਿਆ ਸੀ ਵੀ ਸਾਡੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨਾਲੋਂ ਦੂਰੀ ਬਣ ਗਈ, ਵਿਛੜ ਗਏ ਸੀ। ਹੁਣ ਇੱਕ ਸ਼ਬਦ ਵੀ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਨਾ, ਜੈਸਾ ਸਤਿਗੁਰ ਸੁਣੀਦਾ। ਮੈਂ ਆਪਣੇ ਮਾਲਕ ਨੂੰ ਨਾ ਜਿਹੋ ਜਿਹਾ ਗੁਰਬਾਣੀ ਵਿੱਚ ਸੁਣਦਾ, ਸੱਚੀ ਮੁੱਚੀ ਮੈਂ ਵੇਖ ਲਿਆ ਭਾਈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਤੋਂ ਭਾਵ ਮੈਂ, ਮਤਲਬ ਕਿ ਮੈਂ ਆਪਣੇ ਤੌਰ 'ਤੇ ਵੇਖ ਲਿਆ। ਤੈਸੋ ਹੀ ਮੈਂ ਡੀਠ ਤੋਂ ਭਾਵ ਦੇਖਣਾ, ਡਿੱਠਿਆ ਕਰਨਾ। ਵਿਛੜਿਆ ਮੇਲੇ ਪ੍ਰਭੂ, ਉਹਦੇ 'ਚ ਗੁਣਾ ਉਹ ਵਿਛੜੇ ਹੋਇਆਂ ਨੂੰ ਮੇਲ ਲੈਂਦਾ ਹੈਗਾ, ਪਰ ਮਿਲਣ ਤੋਂ ਪਹਿਲਾਂ ਉਹ ਦੱਸਦਾ ਹੈਗਾ ਵੀ ਤੁਸੀਂ ਵਿਛੜੇ ਕਿਉਂ ਹੋ। ਇਸ ਗੱਲ ਨੂੰ ਸਮਝ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ। ਮੇਰੇ ਗੁਰੂ 'ਚ ਭਾਈ ਆ ਗੁਣਾ, ਉਹ ਦਰਗਾਹ ਦਾ ਵਿਚੋਲਾ ਹੈਗਾ, ਵਸੀਠ ਆ, ਵਕੀਲ ਹੈਗਾ। ਉਹ ਹਰ ਨਾਮੋ ਮੰਤਰ ਰੜਾਇੰਦਾ। ਕਹਿੰਦਾ ਜਿਹੜੀ ਤੈਨੂੰ ਅੰਦਰੋਂ ਬਿਮਾਰੀ ਹੈ ਨਾ, ਜਿਹੜੀ ਬਿਮਾਰੀ ਕਰਕੇ ਤੂੰ ਆਪਣੇ ਮਿੱਤਰ ਨੂੰ ਮਿਲ ਨਹੀਂ ਸਕਦਾ, ਉਹ ਬਿਮਾਰੀ ਨੂੰ ਗੁਰੂ ਦੇ ਗਿਆਨ ਨਾਮ ਦੇ ਨਾਲ ਹੀ ਕੱਟਿਆ ਜਾ ਸਕਦਾ। ਉਹ ਬਿਮਾਰੀ ਕੀ ਹੈ? ਵਿਸ਼ੇ ਵਿਕਾਰ, ਹਉਮੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ। ਆ ਬਿਮਾਰੀ ਆ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿੰਨਾਂ ਮਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ੍ਹਾਂ ਨੇ ਆਪਣਾ ਸੰਜੋਗ ਬਣਾ ਲਿਆ। ਹੁਣ ਮੰਨ ਲਓ ਵੀ ਆਪਣਾ ਸੰਜੋਗ ਮਨੁੱਖ ਨੇ ਆਪਣੇ ਆਪ ਉਸ ਪਰਮਾਤਮਾ ਨਾਲ ਮਿਲਣ ਵਾਲਾ ਬਣਾਉਣਾ ਗਾ। ਇਹਦੇ ਵਿੱਚ
ਕੋਈ ਦੋ ਰਾਵਾਂ ਨਹੀਂ ਹਨ। ਪਰ ਇੰਨਾ ਜ਼ਰੂਰ ਵੇਖਣਾ ਪਊ, ਜਿਹੜੀ ਹਉਮੈ ਦੀ ਬਿਮਾਰੀ ਸੰਨ 'ਚ ਆ ਨਾ, ਉਹਨੂੰ ਖਤਮ ਕਰਨਾ ਪਊ, ਉਹ ਕੱਟਣੀ ਪੈਣੀ ਆ। ਜਿੰਨਾ ਟਾਈਮ ਉਹ ਹਉਮੈ ਦੀ ਮੈਲ ਨਹੀਂ ਨਿਕਲਦੀ, ਉਨਾ ਟਾਈਮ ਉਹ ਪ੍ਰਭੂ ਪਰਮੇਸ਼ਰ ਨਾਲ ਸਾਡਾ ਮਿਲਾਪ ਨਹੀਂ ਹੁੰਦਾ। ਆਪਾਂ ਉਦਾਹਰਨ ਪਿੱਛੇ ਕੀ ਲਈ ਸੀ ਵੀ ਦੋ ਮਿੱਤਰ ਨੇ ਬਚਪਨ ਦੇ, ਇੱਕ ਅਮੀਰ ਬਣ ਗਿਆ, ਉਹਦੀ ਦੁਨੀਆ ਚੰਗੀ ਆਵਾ, ਇੱਕ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ। ਹੁਣ ਜਿਹੜਾ ਪਿੱਛੇ ਰਹਿ ਗਿਆ ਉਹਦੇ ਅੰਦਰ ਮਿਲਣ ਦੀ ਤਮੰਨਾ ਬਣੀ, ਯਾਰ ਮੇਰਾ ਬਚਪਨ ਦਾ ਮਿੱਤਰ ਆ, ਮੈਂ ਜਾ ਤਾਂ ਬੜਾ ਉਹਦੇ ਕੋਲੇ। ਪਰ ਉਹਦੇ ਮਨ ਦੀ ਸਕਰੀਨ 'ਤੇ ਕੀ ਫਿਲਮ ਬਣ ਗਈ? ਉਹ ਫੋਟੋ ਇਹ ਬਣ ਗਈ ਵੀ ਤੂੰ ਗਰੀਬ ਆ, ਤੂੰ ਨਸ਼ਈ ਆ, ਤੂੰ ਉਹਦੇ ਬਰਾਬਰ ਦਾ ਹੈ ਨਹੀਂ, ਤੇਰੀ ਉਹ ਕਿੱਥੇ ਸੁਣੂਗਾ। ਮਤਲਬ ਕੋਈ ਨਾ ਕੋਈ ਬਿਮਾਰੀ ਉਹਦੇ ਅੰਦਰ ਖਿਆਲ ਆ ਵੜਿਆ। ਉਹ ਖਿਆਲ ਨੇ ਆਪਣੇ ਬਚਪਨ ਦੇ ਮਿੱਤਰ ਤੱਕ ਮਿਲਣ ਨਹੀਂ ਦਿੱਤਾ ਗਾ। ਹੁਣ ਇਵੇਂ ਜਿਵੇਂ ਸਾਡੀ ਅੰਦਰੂਨੀ ਲੈਵਲ 'ਤੇ ਗੱਲ ਆ, ਅਸੀਂ ਪਰਮੇਸ਼ਰ ਪਰਮਾਤਮਾ ਦੇ ਜੀਵ ਹਾਂ। ਜਿੱਦਾਂ ਦਾ ਉਹ ਮਾਲਕ ਆ ਉਦਾਂ ਦੇ ਅਸੀਂ ਆ। ਸਾਡੇ ਸਰੀਰ ਦੀ ਬੁਨਿਆਦ ਕੋਈ ਬਹੁਤੀ ਨਹੀਂ ਹੈ, ਬਿਲਕੁਲ ਜ਼ੀਰੋ ਆ ਗਈ। ਪਰ ਅੰਦਾਜ਼ਾ ਹੈਗਾ 60 70 100 ਸਾਲ ਇੱਦਾਂ ਅੰਦਾਜ਼ੇ ਲੱਗ ਸਕਦੇ ਨੇ। ਪਰ ਜਿਹੜੀ ਸਰੀਰ ਦੇ ਅੰਦਰ ਜੀਵ ਆਤਮਾ ਗੀ, ਉਹਦੀ ਉਮਰ ਬਹੁਤ ਵੱਡੀ ਆ। ਉਹ ਤਾਂ ਹਜ਼ਾਰਾਂ ਸਾਲ ਪਹਿਲਾਂ ਸੀ, ਅੱਜ ਵੀ ਹੈ। ਇਹ ਨਹੀਂ ਹੈ ਵੀ ਅਸੀਂ ਤੁਰਤ ਹੀ ਨਵੇਂ ਜੇ ਮਤਲਬ ਕੋਈ ਰੂਪ 'ਚ ਆਏ ਨਾ। ਅੰਦਰ ਦਾ ਜੀਵ ਸਾਡਾ ਪਹਿਲਾਂ ਵੀ ਸੀ, ਪਰ ਉਹਦਾ ਰੂਪ ਹੋਰ ਸੀ। ਸੋਨਾ ਪਹਿਲਾਂ ਵੀ ਸੀ, ਗਹਿਣਾ ਬਦਲਦਾ ਰਿਹਾ, ਉੱਤਰੋਂ ਆਕਾਰ ਬਦਲਦਾ ਰਿਹਾ, ਡਿਜ਼ਾਈਨ ਉਹ ਬਦਲਦਾ ਰਿਹਾ, ਸਾਡੇ ਸਰੀਰ ਦਾ ਲਿਬਾਸ ਬਦਲਦਾ ਰਿਹਾ। ਪਰ ਆਹ ਜਿਹੜਾ ਹੁਣ ਮਨੁੱਖਾ ਦੇਹ ਵਾਲਾ ਸਰੀਰ ਲਿਬਾਸ ਮਿਲਿਆ, ਇਹਦੇ ਵਿੱਚ ਅਸੀਂ ਹਉਮੈ ਦੀ ਬਿਮਾਰੀ ਨੂੰ ਕੱਟ ਕੇ ਅਸੀਂ ਪਰਮੇਸ਼ਰ ਪਰਮਾਤਮਾ ਦੇ ਨਾਲ ਮਿਲ ਸਕਦੇ ਹਾਂ। ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ। ਫਿਰ ਗੁਰੂ ਸਤਿਗੁਰ ਉਹਨਾਂ ਨੂੰ ਪਰਮੇਸ਼ਰ ਪਰਮਾਤਮਾ ਦੇ ਨਾਲ ਮਿਲਾ ਦਿੰਦਾ। ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ, ਉਹਨਾਂ ਦੇ ਵੱਡੇ ਭਾਗ ਬਣ ਜਾਂਦੇ ਨੇ। ਉਹ ਵਾਹਿਗੁਰੂ ਜੀ ਨਾਲ ਆਪਣੇ ਅੰਤਰ ਆਤਮੇ ਮਿਲਾਪ ਕਰ ਲੈਂਦੇ ਨੇ। ਇੱਥੇ ਚੌਥੇ ਪਾਤਸ਼ਾਹ ਨੇ ਕੀ ਦਰਜ ਕੀਤਾ? ਪਾਤਸ਼ਾਹ ਜੀ ਕਹਿੰਦੇ, ਮਰਹੇਸ ਵੇ ਹੋ ਜਨ ਹਉਮੈ, ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀ ਆ। ਜਿਹੜੀ ਸਾਡੇ ਅੰਦਰ ਹਉਮੈ ਆ, ਗੁਰੂ ਸਾਹਿਬ ਜੀ ਕਹਿੰਦੇ ਇਹਨੇ ਸਾਨੂੰ ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ। ਹਉਮੈ ਨੇ ਮਿਲਣ ਨਹੀਂ ਦਿੱਤਾ ਗਾ। ਉਹ ਇੰਨੀ ਖਤਰਨਾਕ ਬਿਮਾਰੀ ਆ ਵੀ ਉਹਨੇ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਨਹੀਂ ਹੋਣ ਦਿੱਤਾ ਗਾ। ਸੱਚੀ ਮੁੱਚੀ ਨਿਗਾਹ ਮਾਰ ਕੇ ਵੇਖ ਲਓ ਵੀ ਇੰਨੀ ਗੰਦੀ ਆ ਹਉਮੈ ਦੀ ਬਿਮਾਰੀ। ਹਰ ਪ੍ਰਭ ਮਿਲਣ ਨਾ ਦਿੱਤੀ ਆ, ਹਰ ਪ੍ਰਭ ਮਿਲਣ ਇੱਥੇ ਲਿਖਿਆ ਨਾ ਦਿੱਤੀ ਆ। ਉਹਨੇ ਪਰਮਾਤਮਾ ਨਾਲ ਸਾਨੂੰ ਮਿਲਣ ਨਹੀਂ ਦਿੱਤਾ, ਸਾਡੀ ਉਹਦੀ ਵਾਹਿਗੁਰੂ ਜੀ ਤੱਕ ਪਹੁੰਚ ਹੋਣ ਨਹੀਂ ਦਿੱਤੀ। ਕਿਉਂ? ਮੇਰੇ ਅੰਦਰ ਹੰਕਾਰ, ਲੈ ਤੂੰ ਤਾਂ ਪੜ੍ਹਿਆ ਲਿਖਿਆ, ਤੂੰ ਤਾਂ ਸਾਰੇ ਪਿੰਡ ਦੇ ਵਿੱਚੋਂ ਹੁਸ਼ਿਆਰ ਆਂਗਾ, ਤੇਰੇ ਵਰਗਾ ਹੋਰ ਕੌਣ ਹੋ ਸਕਦਾ, ਤੂੰ ਉੱਥੇ ਚੰਗਾ ਲੱਗਦਾ ਬੈਠਾ ਗਿਆ, ਤੂੰ ਤਾਂ ਪੂਰੇ ਦੇ ਪੂਰੇ ਏਰੀਏ ਦਾ ਵੱਡਾ ਮੰਤਰੀ ਆ, ਲੈ ਤੂੰ ਆਮ ਲੋਕਾਂ 'ਚ ਗੁਰੂ ਕੋਲ ਜਾਂਦਾ ਚੰਗਾ ਲੱਗਦਾ। ਮਨ ਕਹਿੰਦਾ ਨਾ, ਅੰਦਰ ਹਉਮੈ ਕਹਿੰਦੀ ਹੈਗੀ। ਤੂੰ ਤਾਂ ਅਮੀਰ ਆਂਗਾ, 100 ਏਕੜ ਦਾ ਮਾਲਕ ਆ, 1000 ਏਕੜ ਦਾ ਮਾਲਕ ਆ, ਤੂੰ ਉੱਥੇ ਕਿਵੇਂ ਲਾ ਕੇ ਬੈਠੇਗਾ? ਨਾ ਤੂੰ ਨਹੀਂ ਬਹਿ ਸਕਦਾ ਗਾ। ਅੱਛਾ, ਫਿਰ ਗੁਰੂ ਦਾ ਉਪਦੇਸ਼ ਕੀ ਹੈ? ਗੁਰੂ ਕਹਿੰਦਾ ਪਹਿਲਾਂ ਜਿੱਥੇ ਜੁੱਤੀ ਲਾਹੀ ਆ ਉੱਥੇ ਭਾਈ ਆਪਣੀ ਹਉਮੈ ਲਾ ਕੇ ਆਉਣੀ ਪਵੇਗੀ, ਫਿਰ ਦਰਸ਼ਨ ਹੋ ਜਾਣਗੇ। ਤੀਜੇ ਪਾਤਸ਼ਾਹ ਦਾ ਤਾਂ ਇਤਿਹਾਸਕ ਵਚਨ ਵੀ ਹੈ ਨਾ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰਨੇ ਨੇ, ਪਹਿਲਾਂ ਪੰਗਤ, ਫਿਰ ਸੰਗਤ, ਫਿਰ ਗੁਰੂ ਦੀ ਮਿਲਣੀ ਹੋਵੇਗੀ, ਫਿਰ ਗੁਰੂ ਨਾਲ ਮਿਲਾਪ ਹੋਵੇਗਾ। ਪਹਿਲਾਂ ਪੰਗਤ 'ਚ ਬੈਠਣਾ ਪਊਗਾ, ਮਤਲਬ ਪਹਿਲਾਂ ਭੋਜਨ ਪਾਣੀ ਛਕ ਕੇ। ਇਹ ਉੱਥੇ ਛਕਣਾ ਗਾ ਜਿੱਥੇ ਹਰ ਕੋਈ ਬੰਦਾ ਬਹਿੰਦਾ ਗਾ, ਹਰ ਕੋਈ, ਭਾਵੇਂ ਉੱਥੇ ਕੰਗਾਲ ਆ, ਭਾਵੇਂ ਕੋਈ ਰਾਜਾ ਗਾ। ਫਿਰ ਸੰਗਤ ਕਰਨੀ ਆ, ਉੱਥੇ ਤ੍ਰਿਪਤ, ਕਿਉਂਕਿ ਪਹਿਲਾ ਪੁਆਇੰਟ, ਪਹਿਲਾ ਟੀਕਾ ਗੁਰੂ ਸਾਹਿਬ ਨੇ ਲਾਇਆ ਵੀ ਜਿਹੜਾ ਉੱਥੇ ਨਹੀਂ ਬੈਠੂਗਾ ਤੇ ਉਹ ਸੰਗਤ 'ਚ ਨਹੀਂ ਕਦੇ ਬਹਿ ਸਕਦਾ। ਜਿਹਨੇ ਉੱਥੇ ਬੈਠਣਾ ਪਸੰਦ ਕਰ ਲਿਆ ਉਹ ਸੰਗਤ 'ਚ ਆ ਜਾਊਗਾ, ਤੇ ਜਦੋਂ ਸੰਗਤ 'ਚ ਆ ਗਿਆ ਫਿਰ ਗੁਰੂ ਸਾਹਿਬ ਇੱਥੇ ਉਪਦੇਸ਼ ਹੋਰ ਦਿੰਦੇ ਨੇ। ਇੱਥੋਂ ਵਾਲਾ ਉਪਦੇਸ਼ ਸੁਣ ਕੇ ਫਿਰ ਗੁਰੂ ਸਾਹਿਬ ਨਾਲ ਮਿਲਣੀ ਹੋ ਜਾਂਦੀ ਆ, ਗੁਰੂ ਸਾਹਿਬ ਨਾਲ ਕਹਿ ਲਓ ਮਿਲਾਪ ਆ ਨਾ ਜਿਹੜਾ, ਫਿਰ ਉਹ ਹੋ ਜਾਂਦਾ ਗਾ ਭਾਈ। ਇਹ ਗੱਲ ਥੋੜ੍ਹੀ ਜਿਹੀ ਹੋਰ ਧਿਆਨ ਵਿੱਚ ਰੱਖਿਓ। ਜਿੰਨੇ ਕੁ ਆਪਾਂ ਇੱਥੇ ਬੈਠੇ ਬੜੇ ਸਿਆਣੇ ਆ, ਜਿੱਥੇ ਜਿੱਥੋਂ ਤੱਕ ਆਪਣੀਆਂ ਨਾ ਰਿਸ਼ਤੇਦਾਰੀਆਂ ਨੇ, ਜਾਂ ਜਿੱਥੋਂ ਜਿੱਥੋਂ ਤੱਕ ਆਪਣੀ ਨਿਗਾਹ ਵੱਜਦੀ ਆ, ਗੁਰਬਾਣੀ ਦੀ ਵਿਚਾਰ ਬਹੁਤ ਘੱਟ ਹੁੰਦੀ ਆ ਗੁਰੂ ਘਰਾਂ 'ਚ। ਸੋਚ ਕੇ ਦੇਖੋ ਥੋੜ੍ਹਾ ਜਿਹਾ। ਸਾਖੀਆਂ ਬਹੁਤ ਪੜ੍ਹੀਆਂ ਜਾਂਦੀਆਂ ਨੇ, ਆ ਵਿੱਚ ਪਿੰਡਾਂ 'ਚ ਤਾਂ ਨਾ ਕੱਤੇ ਦਾ ਮਹੀਨਾ ਕੱਲੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ। ਕੱਤੇ ਦਾ, ਦੇਖੋ ਸਾਖੀ ਸੁਣਾਉਣੀ ਨਹੀਂ ਮਾੜੀ, ਸਾਖੀ 'ਚੋਂ ਸਿੱਖਿਆ ਲੈਣੀ ਆ।
मतलब इत्थे अर्थ की बन गया भी गुरबाणी दी विचार क्यों नहीं हुंदी, इहदा कारण की आ। इहदा कारण यही आ भी जिहड़ियां साखीआं ने ਉਹ ਦੂਜੇ ਦੀ ਗੱਲ ਸੁਣਾਉਂਦੀਆਂ ਨੇ। ਉਹਦੇ 'ਚ ਆਪਾਂ ਸਿੱਖਿਆ ਲੈ ਸਕਦੇ ਫਲਾਨੇ ਵੀਰ ਨੇ, ਫਲਾਨੀ ਭੈਣ ਨੇ, ਫਲਾਨੇ ਗੁਰਸਿੱਖ ਨੇ, ਫਲਾਨੇ ਏਰੀਏ ਦੇ ਮਨੁੱਖ ਨੇ ਆਹ ਚੰਗਾ ਕੰਮ ਕੀਤਾ, ਭਾਈ ਉਹਦਾ ਆਹ ਚੰਗਾ ਕੰਮ ਕਰਕੇ ਨਾਂ ਚੱਲਿਆ ਦੁਨੀਆ 'ਚ। ਸਾਖੀ ਤੋਂ ਸਿੱਖਿਆ ਵੀ ਅਸੀਂ ਵੀ ਉਵੇਂ ਕਰੀਏ। ਉਹ ਤਾਂ ਹੁਣ ਗੱਲ ਦੂਜੇ ਦੀ ਆ ਗਈ ਨਾ। ਜਿਹੜੀ ਗੁਰਬਾਣੀ ਆ ਇਹ ਆਪਾਂ ਨੂੰ ਪਤਾ ਮਨੁੱਖ ਜੋ ਬੋਲੇਗਾ ਉਹਦੇ ਤੋਂ ਸ਼ੁਰੂ ਹੁੰਦੀ ਆ ਵੀ ਤੂੰ ਦੱਸ ਜਿਹੜੀ ਗੱਲ ਇਹ ਚੱਲ ਰਹੀ ਆ ਵੀ ਇਹਦੇ ਅਨੁਸਾਰ ਹੈ ਜਾਂ ਨਹੀਂ ਹੈ। ਬਸ ਇੰਨੀ ਫਰਕ ਆ। ਤਾਈਓ ਸਾਡੇ ਬਾਬੇ ਲੋਕਾਂ ਨੂੰ, ਬਿਰਲਿਆਂ ਨੂੰ ਛੱਡ ਕੇ ਗੁਰਬਾਣੀ ਦੀ ਵਿਚਾਰ ਕਰਨੀ ਪਸੰਦ ਨਹੀਂ ਹੈ। ਅਣਫਿੱਟ ਕਰਤੀ ਉਹਨਾਂ ਨੇ। ਉਹ ਕਹਿੰਦੇ ਪਹਿਲਾਂ ਗੱਲ ਹੀ ਆਪਣੇ ਤੋਂ ਸ਼ੁਰੂ ਹੋਊਗੀ ਵੀ ਤੂੰ ਪਹਿਲਾਂ ਫਰੀਦਾ ਜੇ ਤੂੰ ਅਕਲ ਲਤੀਫ, ਜੇ ਤੂੰ ਬਰੀਕ ਅਕਲ ਵਾਲਾ ਕਹਾਉਣਾ ਨਾ। ਫਰੀਦ ਸਾਹਿਬ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਸੰਬੋਧਨ ਕੀਤਾ, ਜੇ ਤੂੰ ਆਪਣੇ ਆਪ ਨੂੰ ਚੰਗਾ ਕਹਾਉਣਾਗਾ ਬਰੀਕ ਅਕਲ ਵਾਲਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜਾ ਗਰੀਬਾਨ ਮੈਂ ਸਿਰਨੀਵਾ ਕਰ ਦੇਖ। ਆਪਣੀ ਗੋਦ ਵਿੱਚ ਬੁੱਕਲ ਵਿੱਚ ਪਹਿਲਾਂ ਨਿਗਾਹ ਮਾਰ ਕੇ ਵੇਖ ਵੀ ਕਿਤੇ ਬਿਮਾਰੀ ਮੈਨੂੰ ਤਾਂ ਨਹੀਂ ਹੈ ਜਿਹੜੀ ਬਿਮਾਰੀ ਦੀ ਮੈਂ ਗੱਲ ਕਰਨ ਲੱਗਿਆ। ਤਾਈਓ ਇਹ ਬਾਣੀ ਗੁਰਬਾਣੀ ਸਾਡੇ ਬਾਬਿਆਂ ਨੂੰ ਭਾਈ ਅਣਫਿੱਟ ਆ, ਉਹਨਾਂ ਨੂੰ ਫਿੱਟ ਨਹੀਂ ਲੱਗਦੀ ਗੀ, ਕਿਉਂਕਿ ਉਹ ਵਿਚਾਰੇ ਆਪ ਗਏ ਗੁਜਰੇ ਨੇਗੇ, ਗੱਲ ਨਹੀਂ ਕਰਦੇ ਗੇ। ਬਾਣੀ ਆਪਣੇ ਆਪ 'ਤੇ ਗੱਲ ਲਾ ਕੇ ਕਰਨੀ ਪੈਂਦੀ। ਆਪਾਂ ਕਹਿੰਦੇ ਨਾ ਰੋਜ਼ ਵੀ ਗੁਰਬਾਣੀ ਵਿੱਚ ਚੌਥੇ ਪਾਤਸ਼ਾਹ ਕਹਿੰਦੇ ਨੇ ਮੈਂ ਐਂ ਕੀਤਾ, ਮੈਂ ਐਂ ਕੀਤਾ। ਉਹ ਫਿਰ ਜਦੋਂ ਕਹਿੰਦੇ ਮੈਂ ਐਂ ਕੀਤਾ, ਉਹ ਬੋਲਣ ਵਾਲੇ ਦਾ ਹੱਥ ਵੀ ਆਪਣੇ ਵੱਲ ਹੀ ਮੁੜਿਆ ਆ, ਉਹ ਦੂਜੇ ਵੱਲ ਨਹੀਂ ਮੁੜਿਆ, ਆਪਣੇ ਵੱਲ ਹੀ ਮੁੜਿਆ ਆ ਵੀ ਮੈਂ ਵੀ ਇਉਂ ਹੀ ਕਰਨਾ ਗਾ। ਬਸ ਇੰਨੀ ਫਰਕ ਆ। ਬਾਣੀ ਆਪਣੇ ਤੋਂ ਸ਼ੁਰੂ ਹੁੰਦੀ ਆ ਫਿਰ ਦੂਜੇ ਤੱਕ ਪਹੁੰਚਦੀ ਆ। ਇਤਿਹਾਸ ਆ ਜਾਂ ਮਿਥਿਆਸ ਆ ਉਹ ਦੂਜਿਆਂ ਤੋਂ ਸ਼ੁਰੂ ਹੁੰਦਾ ਗਾ। ਉਹ ਇੱਥੇ ਇਕੱਲਾ ਘੇਰਾ ਵਗਲਿਆ ਗਾ ਵੀ ਮੈਂ ਨਹੀਂ ਕਰਨਾ ਗਾ, ਤੁਸੀਂ ਕਰਨਾ ਬਸ। ਹੁਣ ਇੱਥੇ ਚੌਥੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੀ ਹਉਮੈ ਦੀ ਬਿਮਾਰੀ ਆ ਭਾਈ, ਇਹ ਅੱਜ ਦੀ ਨਹੀਂ, ਜਿਸ ਦਿਨ ਦਾ ਜੀਵ ਇਸ ਧਰਤੀ 'ਤੇ ਆਇਆ ਉਸੇ ਦਿਨ ਦੀ ਇਹ ਬਿਮਾਰੀ ਵੀ ਨਾਲ ਆਈ ਵੀ ਹੈਗੀ। ਇੱਥੇ ਲਿਖਿਆ ਗਾ ਮਾਰ ਹੇਸ ਵੇ ਜਨ ਹਉਮੈ ਵਿਖਿਆ, ਹਉਮੈ ਨੂੰ ਜ਼ਹਿਰ ਲਿਖਿਆ ਗਾ। ਤੇ ਅੱਗੇ ਕੀ ਕਿਹਾ ਗਾ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀ ਆ। ਸਭ ਤੋਂ ਵੱਡਾ ਖਤਰਨਾਕ ਕੰਮ ਹਉਮੈ ਨੇ ਇਹ ਕੀਤਾ ਵੀ ਇਹਨੇ ਸਾਨੂੰ ਸਾਡੇ ਪਤੀ ਨੂੰ ਮਿਲਣ ਨਹੀਂ ਦਿੱਤਾ ਗਾ। ਥੋੜ੍ਹੀ ਦੁਨਿਆਵੀ ਉਦਾਹਰਨ ਲਾ ਲਈਏ ਆਪਾਂ, ਸੌਖਾ ਸਮਝ ਆ ਜਾਊਗਾ। ਮੰਨ ਲਓ ਦੋ ਸਰੀਰਾਂ ਦਾ ਆਪਸ ਵਿੱਚ ਮਿਲਾਪ ਹੋਇਆ, ਇੱਕ ਸਰੀਰ ਨੂੰ ਪਤੀ ਦਾ ਰੂਪ ਦਿੱਤਾ ਗਿਆ ਤੇ ਇੱਕ ਨੂੰ ਰੂਪ ਦਿੱਤਾ ਗਿਆ ਪਤਨੀ ਦਾ। ਇੱਕ ਸਮਝਣ ਵਾਸਤੇ ਗੱਲ ਕਰਦੇ ਆਪਾਂ, ਸਾਰੇ ਭੈਣ ਭਾਈ ਬੈਠੇ ਆ, ਗੁਰੂ ਪਾਤਸ਼ਾਹ ਦੇ ਪੁੱਤਰ ਬੈਠੇ ਆ, ਆਪਣਾ ਇੱਕ ਪਰਿਵਾਰ ਆ ਮੰਨ ਲਓ। ਹੁਣ ਪਤਨੀ ਕੁਦਰਤੀ ਤੌਰ 'ਤੇ ਜ਼ਿਆਦਾ ਪੜ੍ਹੀ ਲਿਖੀ ਆ, ਸੋਹਣੀ ਸੁਨੱਖੀ ਆ। ਪਤੀ ਕੋਝੀ ਸ਼ਕਲ ਦਾ, ਪੜ੍ਹਿਆ ਵੀ ਕੋਈ ਨਹੀਂ ਹੈ। ਸੱਚ ਜਾਣਿਓ ਉਹਨਾਂ ਦੀ ਜ਼ਿੰਦਗੀ ਬਰਬਾਦ। ਪਤਨੀ ਅੰਦਰ ਇਸ ਗੱਲ ਦਾ ਹੰਕਾਰ ਆ ਗਿਆ, ਕਹਿੰਦੀ ਮੈਂ ਪੜ੍ਹੀ ਲਿਖੀ, ਮੈਂ ਸੋਹਣੀ ਸੁਨੱਖੀ, ਇਸ ਗੱਲ ਦਾ ਹੰਕਾਰ ਆ ਗਿਆ ਨਾ। ਸਾਰੀ ਉਮਰ ਉਹਨਾਂ ਦੀ ਜ਼ਿੰਦਗੀ ਦਾ ਆਪਸੀ ਮਿਲਾਪ ਨਹੀਂ ਹੈ, ਕੁਜੋੜ ਆ। ਜੇ ਇਹ ਗੱਲ ਪਤੀ ਨਾਲ ਜੁੜਦੀ ਆ ਤਾਂ ਉਹ ਪਤਨੀ ਨਾਲ। ਮਤਲਬ ਕੀ ਰਿਸ਼ਤਾ ਗਾ, ਇੰਨਾ ਪਿਆਰਾ ਰਿਸ਼ਤਾ ਗਾ ਜਿਹਦੇ ਵਿੱਚ ਗੁਰੂ ਸਾਹਿਬ ਵੀ ਖੁਦ ਕਿੱਡੀ ਵੱਡੀ ਹਾਮੀ ਭਰਦੇ ਨੇ ਵੀ ਬਹੁਤ ਪਿਆਰਾ ਰਿਸ਼ਤਾ ਗਾ। ਪਰ ਉੱਥੇ ਇੱਕ ਗੁਣ ਵੱਧਦਾ, ਚਾਹੇ ਪਤੀ 'ਚ ਵੱਧਦਾ ਚਾਹੇ ਪਤਨੀ 'ਚ ਵੱਧਦਾ। ਸਾਰੀ ਉਮਰ ਲੜਾਈ ਨਹੀਂ ਮੁੱਕਦੀ ਗੀ। ਇਸੇ ਗੱਲ ਦੀ ਲੜਾਈ, ਮੈਂ ਤਕੜੇ ਘਰ ਦਾ, ਮੈਂ ਜਾਂ ਤਕੜੇ ਘਰ ਦੀ, ਜਾਂ ਮੈਂ ਸੋਹਣੀ, ਜਾਂ ਮੈਂ ਪੜ੍ਹੀ ਲਿਖੀ, ਜਾਂ ਮੈਂ ਡਾਕਟਰ ਹਾਂ, ਮੈਂ ਮਾਸਟਰ ਹਾਂ, ਤੂੰ ਖੇਤੀ ਕਰਨ ਵਾਲਾ, ਤੂੰ ਦਿਹਾੜੀ ਕਰਨ ਵਾਲਾ, ਤੇਰੇ ਨਾਲ ਮੇਰਾ ਮਿਲਾਪ ਨਾ। ਮਤਲਬ ਇਸ ਚੀਜ਼ ਦੀ ਹਉਮੈ ਉੱਥੇ ਇੱਕ ਜੀਵ ਦੇ ਅੰਦਰ ਆ ਵੜੀ, ਜਿਹੜੀ ਨੇ ਸਾਰੀ ਉਮਰ ਮਨੁੱਖ ਦਾ ਇਹ ਪਵਿੱਤਰ ਰਿਸ਼ਤਾ ਤੋੜ ਕੇ ਰੱਖ ਦਿੱਤਾ। ਤੋੜਨ ਦਾ ਕਾਰਨ ਵਿਚਾਲੇ ਹਉਮੈ। ਤੇ ਫਿਰ ਜੇ ਆਪਾਂ ਸਿੱਖਿਆ ਲੈਣੀ ਆ, ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਤੋਂ ਲੈ ਸਕਦੇ ਆ। ਬੀਬੀ ਭਾਨੀ ਨਾਲੋਂ ਸੋਹਣਾ ਕੌਣ ਹੋ ਸਕਦਾ? ਬੀਬੀ ਭਾਨੀ ਨਾਲੋਂ ਐਡੇ ਵੱਡੇ ਪਾਤਸ਼ਾਹ, ਤੀਜੇ ਪਾਤਸ਼ਾਹ ਦੀ ਬੇਟੀ, ਤਕੜਾ ਕੌਣ ਹੋ ਸਕਦਾ? ਬੀਬੀ ਭਾਨੀ ਨਾਲੋਂ ਅਮੀਰ ਕੌਣ ਹੋ ਸਕਦਾ ਗਾ? ਸੋਚਣ ਵਾਲੀ ਗੱਲ ਹੈ ਨਾ। ਬੀਬੀ ਭਾਨੀ ਨਾਲੋਂ ਸਿਆਣਾ ਕੌਣ ਹੋ ਸਕਦਾ? ਕੋਈ ਹੋ ਸਕਦਾ ਗਾ? ਦੇਖੋ ਸਰੀਰਕ ਤਲ ਤੇ ਨਹੀਂ ਹੋ ਸਕਦਾ। ਤੇ ਪਰ ਹਉਮੈ ਨਾ, ਜਿਸ ਥਾਂ ਤੇ ਬਾਪੂ ਨੇ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਮੇਰੀ ਜ਼ਿੰਮੇਵਾਰੀ, ਮੇਰੀ ਮਾਲਕੀ ਬੱਚੀਏ ਤੇਰੇ ਤੋਂ ਖਤਮ ਆ, ਤੇਰਾ ਪਤੀ ਤੇਰਾ ਮਾਲਕ ਇਹ ਆ। ਤੇ ਬੱਚੀ ਨੇ ਇਉਂ ਨਹੀਂ ਪੁੱਛਿਆ ਕਿੰਨਾ ਪੜ੍ਹਿਆ, ਕੀ ਇਹਦੇ ਕੋਲੇ ਪ੍ਰਾਪਰਟੀ ਆ,
ਕੀ ਕਰਦਾ ਕੀ ਨਹੀਂ ਕਰਦਾ। ਸਿੱਧ ਕੀ ਹੋਇਆ ਵੀ ਵਾਹਿਗੁਰੂ ਨੇ ਜੋ ਰਿਸ਼ਤਾ ਬਣਾ ਦਿੱਤਾ ਬਹੁਤ ਸੋਹਣਾ ਬਣਾਇਆ ਤੇ ਰੱਬ ਦੀ ਰਜ਼ਾ ਵਿੱਚ ਮੈਨੂੰ ਰਹਿਣਾ ਚਾਹੀਦਾ ਗਾ, ਹਉਮੈ ਨਹੀਂ ਹੈ। ਫਿਰ ਛੇਵੇਂ ਪਾਤਸ਼ਾਹ ਦੀ ਬੱਚੀ ਵੀਰੋ ਆ ਤੇ ਉਹਦੇ ਨਾਲ ਆਪਾਂ ਗੱਲ ਮੇਲ ਕੇ ਵੇਖ ਸਕਦੇ ਆ। ਇੱਕ ਪਾਸੇ ਬਿਲਕੁਲ ਗਰੀਬੜਾ ਪਰਿਵਾਰ ਆ ਤੇ ਇੱਕ ਪਾਸੇ ਛੇਵੇਂ ਪਾਤਸ਼ਾਹ ਜਿਹਨੂੰ ਪੂਰੀ ਦੁਨੀਆ ਸਲੂਟ ਕਰਦੀ ਆ, ਪੂਰੀ ਦੁਨੀਆ ਪੂਰੇ ਵਰਲਡ ਦੇ ਵਿੱਚ ਸਲਾਮਾਂ ਹੁੰਦੀਆਂ ਨੇ। ਫਿਰ ਉਹ ਪਾਤਸ਼ਾਹ ਦੀ ਬੱਚੀ ਇੱਕ ਗਰੀਬ ਪਰਿਵਾਰ ਦੇ ਬਿਲਕੁਲ ਭੋਲੇ ਭਾਲੇ ਜੀਵ ਨਾਲ ਰਿਸ਼ਤਾ ਜੁੜਿਆ ਗਾ। ਫਿਰ ਉੱਥੇ ਹਉਮੈ ਨਹੀਂ ਹੈ। ਅੱਜ ਇਹ ਬਿਮਾਰੀ ਹੈ, ਅੱਜ ਇਹ ਬਿਮਾਰੀ ਪੂਰੀ ਆ। ਲੈ ਮੈਂ ਪਤੀ ਤੋਂ ਕੀ ਲੈਣਾ, ਮੈਂ ਬਾਹਰ ਵਾਗੀ, ਬਸ ਗੱਲ ਖਤਮ ਆ। ਜਾਂ ਪਤੀ ਕਹੇ ਮੈਂ ਬਾਹਰ ਵਗ ਗਿਆ, ਮੈਂ ਪਤਨੀ ਤੋਂ ਕੀ ਲੈਣਾ, ਬਥੇਰੇ ਛੱਡ ਦਿੰਦੇ ਰਿਸ਼ਤੇ। ਹੁਣ ਕਹਿਣ ਤੋਂ ਭਾਵ ਉੱਥੇ ਆਈ ਬਿਮਾਰੀ ਕੀ ਆਈ ਆ, ਉਹ ਹਉਮੈ ਦਾ ਮਤਲਬ ਕਿ ਜਿਹੜਾ ਪੱਖ ਆ ਨਾ ਉਹ ਸਾਡੇ ਵਿੱਚ ਆ ਵੜਿਆ। ਹੁਣ ਇੱਥੋਂ ਗੱਲ ਇਹ ਆਪਾਂ ਕਿਉਂ ਕੀਤੀ ਆ, ਕਿਉਂਕਿ ਹਉਮੈ ਦੀ ਬਿਮਾਰੀ ਨੇ ਤਾਂ ਸਾਡਾ ਦੁਨਿਆਵੀ ਪਤੀ ਪਤਨੀ ਦਾ ਰਿਸ਼ਤਾ ਵੀ ਤੋੜਾਤਾ ਭਾਈ। ਤੇ ਰੱਬ ਨਾਲ ਮੇਲ ਕਿੱਥੇ ਹੋਵੇਗਾ, ਗੁਰੂ ਨਾਲ ਮਿਲਾਪ ਕਿਵੇਂ ਹੋ ਸਕਦਾ, ਕਦੇ ਵੀ ਨਹੀਂ ਹੋਵੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿਨ ਹਰ ਪ੍ਰਭ ਮਿਲਣ ਨਾ ਦਿੱਤੀ ਆ, ਇਹ ਹਉਮੈ ਦੀ ਬਿਮਾਰੀ ਭਾਈ ਹਰੀ ਪਰਮਾਤਮਾ ਨੂੰ ਤੈਨੂੰ ਮਿਲਣ ਨਹੀਂ ਦੇਵੇਗੀ। ਫਿਰ ਅੱਗੇ ਕੀ ਕਿਹਾ ਗਾ, ਦੇ ਕੰਚਨ ਵੇ ਵੰਨੀਆਂ ਇਨ ਹਉਮੈ ਮਾਰ ਵਿਗੁਤੀਆ। ਦੇ ਕੰਚਨ, ਕੰਚਨ ਤੋਂ ਭਾਵ ਹੈ ਸੋਨਾ। ਸਾਡਾ ਸਰੀਰ ਸਾਡੀ ਦੇਹ ਸੋਨੇ ਵਰਗੀ ਆ। ਇਉਂ ਕਹਿ ਲਓ ਸਾਡੀ ਦੇਹ ਸੋਨੇ ਤੋਂ ਵੱਧ ਕੇ ਆ। ਚਲੋ ਇੱਥੇ ਜ਼ਿਕਰ ਮੇਰੇ ਮਾਲਕ ਨੇ ਭਾਵੇਂ ਸੋਨੇ ਵਰਗੀ ਦਾ ਕੀਤਾ ਵੀ ਸਾਡੀ ਦੇਹ ਸਾਡਾ ਸਰੀਰ ਸੋਨੇ ਵਰਗਾ। ਇੱਥੇ ਸਾਡਾ ਸਰੀਰ ਸੋਨੇ ਤੋਂ ਵੀ ਵੱਧ ਕੇ ਆ, ਕਿਉਂਕਿ ਸੋਨੇ ਨੂੰ ਤਾਂ ਅਸੀਂ ਆਪਣੇ ਗਲ 'ਚ ਲਮਕਾਉਂਦੇ ਆ ਨਾ, ਹੱਥਾਂ 'ਚ ਲਮਕਾਉਂਦੇ ਆ, ਉਂਗਲਾਂ 'ਚ ਲਮਕਾਉਂਦੇ ਆ, ਮਤਲਬ ਉਹਨੂੰ ਤਾਂ ਆਪਾਂ ਪਹਿਨਦੇ ਆ। ਹੁਣ ਜਿਹੜੀ ਚੀਜ਼ ਤੇ ਪਹਿਨਿਆ ਗਿਆ ਉਹ ਚੀਜ਼ ਮਹਿੰਗੀ ਹੈ, ਜਿਸ ਨੂੰ ਪਹਿਨਿਆ ਗਿਆ ਉਹ ਚੀਜ਼ ਸਸਤੀ ਆ। ਹੁਣ ਇੱਥੋਂ ਸਿੱਧ ਕੀ ਆ ਵੀ ਸਾਡਾ ਸਰੀਰ ਕੰਚਨ ਸੋਨਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਕਮਾਲ ਐਸੀ ਵੇਖ, ਇਹ ਕਮਾਲ ਕਿਹੜੀ ਆ, ਕਹਿੰਦੇ ਇਨ ਹਉਮੈ ਮਾਰ ਬਗੁਤੀ ਆ। ਕਹਿੰਦੇ ਹਉਮੈ ਨੇ ਨਾ ਸੋਨੇ ਵਰਗੇ ਜਾਂ ਸੋਨੇ ਦੇ ਸਰੀਰ ਨੂੰ ਇੱਕ ਛਿਣ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਸੁਆਹ ਕਰ ਦਿੱਤਾ। ਸੋਨੇ ਨੇ ਹਉਮੈ ਨੇ ਸੋਨੇ ਵਰਗੇ ਸਰੀਰ ਨੂੰ ਥੋੜੇ ਟਾਈਮ ਦੇ ਵਿੱਚ ਸੁਆਹ ਕਰ ਦਿੱਤਾ। ਕਿਵੇਂ ਕੀਤਾ ਗਾ ਉਹ ਆਪਾਂ ਨੂੰ ਪਤਾ। ਵੈਸੇ ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਨੂੰ ਵੀ ਸਾਡੇ ਸਮਾਜ ਦੇ ਵਿੱਚ ਹੁਣੀ ਇੱਕ ਦਿਨ ਲੰਘਿਆ ਗਾ ਜਿਸ ਦਿਨ ਰਾਵਣ ਦੇ ਪੁਤਲੇ ਸਾਲ ਬਾਅਦ ਸਾਡੀ ਧਰਤੀ ਤੇ ਫੂਕੇ ਜਾਂਦੇ ਨੇ। ਹਾਲਾਂਕਿ ਵਿਦਵਾਨਾਂ ਦੀਆਂ ਲਿਖਤਾਂ ਇਹ ਕਹਿੰਦੀਆਂ ਵੀ ਜਿਹੜਾ ਰਾਵਣ ਆ ਨਾ, ਚਲੋ ਵਿਦਵਾਨ ਛੱਡੋ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ। ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਆ ਵੀ ਜਿਹੜਾ ਰਾਵਣ ਆ ਨਾ ਉਹ ਬਹੁਤ ਵਧੀਆ ਬੰਦਾ ਸੀ। ਪਰ ਇੱਥੇ ਆਪਾਂ ਕੀ ਵੇਖਣਾ, ਸਾਡੇ ਸਮਾਜ ਵਿੱਚੋਂ ਵਧੀਆ ਇਨਸਾਨ ਦੇ ਪੁਤਲੇ ਸਾੜੇ ਜਾਂਦੇ ਨੇ। ਉਹਦੇ 'ਚ ਕਮੀ ਸੀ ਕਿੱਥੇ, ਇੱਕ ਥਾਂ ਤੇ। ਬਾਕੀ ਆਪਾਂ ਇੱਥੇ ਉਦਾਹਰਨ ਲੈਣੀ ਹੈਗੀ, ਬਾਕੀ ਮੰਨ ਲਓ ਵੀ ਉਹਦੇ 'ਚ ਗੁਣ ਨੇ। ਬਾਣੀ ਦੇ ਵਿੱਚ ਦਰਜ ਕੀਤਾ ਅਤ ਸੁੰਦਰ, ਉਹ ਬੜਾ ਸੋਹਣਾ ਸੀ। ਕੁਲੀਨ ਚਤਰ, ਉਹ ਉੱਚੀ ਕੁਲ 'ਚ ਪੈਦਾ ਹੋਇਆ। ਚਤਰ, ਉਹ ਚਲਾਕ ਬਹੁਤ ਸੀ। ਅਤ ਸੁੰਦਰ, ਕੁਲੀਨ ਚਤਰ, ਅੱਗੇ ਮੁੱਖ ਉਹਦਾ ਮੂੰਹ, ਗਿਆਨੀ ਧਨਵੰਤ, ਉਹ ਗਿਆਨੀ ਵੀ ਸੀ। ਗਿਆਨੀ ਮੀਨਜ਼ ਬਹੁਤ ਵੱਡਾ ਵਿਦਵਾਨ ਸੀ ਤੇ ਉਹ ਧਨੀ ਵੀ ਬਹੁਤ ਸੀ। ਇਹ ਪੰਜੇ ਗੁਣ ਆਪਾਂ ਯਾਦ ਰੱਖਿਓ, ਅਤੀ ਸੁੰਦਰ, ਉੱਚੀ ਕੁਲ, ਫਿਰ ਅੱਗੇ ਕਹਿੰਦੇ ਨੇ ਚਤਰ, ਫਿਰ ਗਿਆਨੀ, ਫਿਰ ਧਨੀ। ਇਹ ਪੰਜੇ ਗੁਣ ਦੁਨੀਆ ਦੇ ਵਿੱਚ ਹਰ ਇੱਕ ਬੰਦੇ ਦੇ ਵਿੱਚ ਨਹੀਂ ਹੁੰਦੇ, ਰੱਬ ਨੇ ਵੱਧ ਘੱਟ ਪਾਏ ਨੇ। ਪਰ ਦੁਨੀਆ ਦੇ ਵਿੱਚ ਉਹ ਕੈਸਾ ਬੰਦਾ ਜਿਹਦੇ ਵਿੱਚ ਪੰਜੇ ਗੁਣ ਨੇਗੇ। ਹਰ ਇੱਕ ਵਿਅਕਤੀ ਦੇ ਵਿੱਚ ਪੰਜੇ ਗੁਣ ਨਹੀਂ ਹੁੰਦੇ। ਜੇ ਕੋਈ ਅਤੀ ਸੁੰਦਰ ਆ ਨਾ ਤੇ ਅਤੀ ਸਿਆਣਾ ਗਾ, ਉਹ ਹੋਊਗਾ ਗਰੀਬ। ਜੇ ਕੋਈ ਗਰੀਬ ਆਗਾ ਤੇ ਉਹ ਸੋਹਣਾ ਗਾ, ਸਿਆਣਾ ਵੀ ਆ। ਮਤਲਬ ਇਹ ਪੰਜੇ ਗੁਣ ਨੇ ਜਿਹੜੇ ਉਹ ਇੱਕ 'ਚ ਨਹੀਂ ਹੁੰਦੇ, ਕਿਸੇ 'ਚ ਇੱਕ ਆ, ਕਿਸੇ 'ਚ ਦੋ ਆ, ਕਿਸੇ 'ਚ ਤਿੰਨ ਆ, ਵੱਧ ਘੱਟ ਨੇਗੇ। ਕੋਈ ਅਮੀਰ ਬਹੁਤ ਆ, ਸਿਆਣਾ ਬਹੁਤ ਆਗਾ, ਪਰ ਹੈ ਉਹ ਕੋਝਾ, ਕੋਝੀ ਸ਼ਕਲ ਦਾ, ਉਹਦੀ ਸ਼ਕਲ ਕੋਈ ਬਹੁਤ ਵਧੀਆ ਨਹੀਂ ਹੈ।
पर ਉਹਦੇ ਵਿੱਚ ਸਾਰੇ ਗੁਣ ਨੇਗੇ। ਮਾਰ ਕਿੱਥੇ ਪੈ ਗਈ? ਮਾਰ ਇੱਥੇ ਪੈ ਗਈ ਜਿਹੜੀ ਗੱਲ ਅੱਜ ਗੁਰੂ ਸਾਹਿਬ ਜੀ ਕਰਦੇ ਨੇਗੇ। ਪਾਤਸ਼ਾਹ ਜੀ ਨੇ ਹਉਮੈ ਦੀ ਜ਼ਿਕਰ ਕੀਤਾ ਨਾ, ਵੀ ਹਉਮੈ ਨੇ ਪਰਮਾਤਮਾ ਨਾਲੋਂ ਤੋੜਤਾ, ਵਿਛੋੜ ਦਿੱਤਾ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਉਹਦੇ ਜੀਵਨ ਦੇ ਵਿੱਚ ਮਾਰ ਇਸੇ ਬਿਮਾਰੀ ਕਰਕੇ ਪਈ। ਅਤ ਸੁੰਦਰ ਕੁਲੀਨ ਚਤਰ ਮੁਖ ਅਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹਦੇ ਸਰੀਰ ਨੂੰ ਮਰਿਆ ਹੋਇਆ ਐਲਾਨ ਦਿੱਤਾ ਗੁਰੂ ਸਾਹਿਬ ਨੇ। ਉਹ ਸਰੀਰ ਮਰਿਆ ਭਾਈ, ਭਾਵੇਂ ਉੱਦਾਂ ਤੁਰਿਆ ਫਿਰਦਾ ਉਹ ਸਰੀਰ ਕਰਕੇ, ਪਰ ਉਹ ਮਰ ਚੁੱਕਿਆ ਹੈਗਾ। ਮ੍ਰਿਤਕ ਕਹੀਐ ਨਾਨਕਾ, ਗੱਲ ਨਾਨਕ ਦੀ ਆ, ਗੱਲ ਇਹ ਕਿਸੇ ਵਿਅਕਤੀ ਦੀ ਨਹੀਂ ਹੈ। ਅੱਜ ਦੁਨੀਆ 'ਚ ਕਹਿੰਦੇ ਆ ਨਾ, ਨਾਨਕ ਤੇ ਬੁੱਲੇ ਸ਼ਾਹ 'ਚ ਕਹਿੰਦੇ ਕੀ ਫਰਕ ਸੀ? ਕੋਈ ਵਿਅਕਤੀ ਟੱਕਰਿਆ, ਕਹਿੰਦੇ ਨਾਨਕ ਦੀ ਲਿਖਤ 'ਚ, ਕਹਿੰਦੇ ਬੁੱਲੇ ਸ਼ਾਹ ਦੀ ਲਿਖਤ 'ਚ, ਕਹਿੰਦਾ ਮੈਨੂੰ ਤਾਂ ਕੋਈ ਫਰਕ ਦਿੰਦਾ ਨਹੀਂ। ਮੈਂ ਕਿਹਾ ਵੀ ਦੇਖੋ, ਮੈਂ ਬਹੁਤਾ ਵਿਦਵਾਨ ਤਾਂ ਹੈ ਨਹੀਂ, ਮੈਂ ਇੱਕ ਗੱਲ ਜਾਣਦਾ ਸੱਜਣਾ, ਵੀ ਜਿਹੜੀ ਤੂੰ ਇਹ ਗੱਲ ਕਹਿਣਾ ਨਾ ਵੀ ਨਾਨਕ ਵਿੱਚ ਤੇ ਬੁੱਲੇ ਸ਼ਾਹ 'ਚ ਕੋਈ ਫਰਕ ਨਹੀਂ, ਮੈਨੂੰ ਐਂ ਜੇ ਲੱਗਦਾ ਵੀ ਤੈਨੂੰ ਵੀ ਤੇਰੀ ਵਿੱਦਿਆ ਦਾ ਹੰਕਾਰ ਆ। ਗੱਲ ਤੂੰ ਇੱਥੇ ਲਿਆਏਗਾ ਵੀ ਜਿਹੋ ਜੀ ਨਾਨਕ ਦੀ ਲਿਖਤ ਆ ਉਹੋ ਜੀ ਬੁੱਲੇ ਸ਼ਾਹ ਦੀ, ਜਿਹੋ ਜੀ ਬੁੱਲੇ ਸ਼ਾਹ ਦੀ ਤੇ ਉਹੋ ਜੀ ਮੇਰੀ ਲਿਖਤ ਆ। ਮੈਂ ਕਿਹਾ ਪਰ ਥੋੜ੍ਹਾ ਜੀਵਨ ਵੇਖਣਾ ਪਵੇਗਾ। ਇੱਥੋਂ ਦੀਆਂ ਲਿਖਤਾਂ ਕੀ ਨੇਗੀਆਂ? ਇੱਥੋਂ ਦੀ ਲਿਖਤ ਇਹ ਕਹਿੰਦੀ ਆ ਵੀ ਬੁੱਲੇ ਸ਼ਾਹ ਵਰਗੇ ਇੱਕ ਦੁਨਿਆਵੀ ਪਿਆਰ ਦੇ ਵਿੱਚ ਰਤੇ ਹੋਏ, ਜਿਸ ਦੁਨਿਆਵੀ ਪਿਆਰ ਨੂੰ ਗੁਰੂ ਸਾਹਿਬ ਨੇ ਕਰੈਕਟਰ ਤੋਂ ਗਿਰੇ ਹੋਏ ਦਾ ਭਾਵ ਰੁਤਬਾ ਦਿੱਤਾ ਗਾ। ਦੁਨਿਆਵੀ ਪਿਆਰ ਨੂੰ, ਜਿਹਨੂੰ ਲੋਕ ਪਿਆਰ ਕਹਿੰਦੇ ਨੇ, ਵੀ ਉਹ ਬੰਦਾ ਕਰੈਕਟਰ ਤੋਂ ਗਿਰਿਆ ਹੋਇਆ ਹੈਗਾ। ਉਹਨਾਂ ਨੂੰ ਭਾਵ ਕੀ ਕਿਹਾ ਗਾ? ਵੀ ਗਲੀਆਂ ਵਿੱਚ ਨੱਚਣ ਲਾਤਾ ਭਾਈ ਉਹਨਾਂ ਨੂੰ। ਦੁਨਿਆਵੀ ਸਰੀਰਕ ਰਸਾਂ ਨੇ, ਗਲੀਆਂ 'ਚ ਨੱਚਦੇ ਆ ਨਾ। ਤੇ ਬਾਬੇ ਨਾਨਕ ਦੀ ਇੱਕ ਵੀ ਲਿਖਤ ਦਿਖਾਓ ਜਿੱਥੇ ਬਾਬੇ ਨਾਨਕ ਨੂੰ ਇਹੀ ਜੀ ਬਿਮਾਰੀ ਨੇ ਗਲੀ 'ਚ ਨੱਚਣ ਲਾਇਆ। ਸਗੋਂ ਉਲਟਾ ਇੱਥੇ ਤਾਂ ਗਾਛੋ ਪੁੱਤਰੀ ਰਾਜ ਕੁਆਰਾ, ਜਿੱਥੇ ਅੱਧ ਨੰਗੇ ਲੜਕੀਆਂ ਦੇ ਨਾਚ ਹੁੰਦੇ ਆ ਨਾ, ਉੱਥੇ ਬਾਬੇ ਨਾਨਕ ਨੇ ਜਾ ਕੇ ਕਿਹਾ, ਓਹੋ ਮੇਰੀਆਂ ਬੇਟੀਆਂ ਦੇਖੋ ਕਿਹੋ ਜਿਹੇ ਕੰਮ ਕਰਦੇ ਹੋ ਤੁਸੀਂ, ਬੱਚੀਆਂ ਇੰਨੀਆਂ ਸਿਆਣੀਆਂ, ਕੰਮ ਤੁਸੀਂ ਕਿਹੋ ਜਿਹੇ ਕਰੀ ਜਾਂਦੇ ਹੋ, ਪਹਿਲਾਂ ਆਪਣੇ ਤਨ 'ਤੇ ਸਹੀ ਕੱਪੜੇ ਪਾਓ, ਫਿਰ ਆਪਾਂ ਗੱਲ ਕਰਾਂਗੇ। ਆਪਣੇ ਬਾਪ ਦਾ ਰੂਪ ਨਿਭਾਇਆ ਉੱਥੇ। ਤੇ ਉਹਨਾਂ ਬੱਚੀਆਂ ਨੇ ਕੀ ਕਿਹਾ? ਰਾਜੇ ਨੂੰ ਸ਼ਿਵ ਨਾਵਗੇ ਨੂੰ ਕਹਿੰਦੇ ਉਹ ਗੁਰੂ ਨਾਨਕ ਆ ਗਿਆ, ਜਾ ਕੇ ਮਿਲ ਪਾ। ਕਹਿਣ ਤੋਂ ਭਾਵ ਕਿੰਨਾ ਉੱਚਾ ਸੁੱਚਾ ਜੀਵਨ। ਤੇ ਤਾਈਓ ਪੰਜਵੇਂ ਪਾਤਸ਼ਾਹ ਨੂੰ ਲਿਖਣਾ ਪੈਣਾ ਸਭ ਤੋਂ ਵੱਡਾ ਸਤਿਗੁਰੂ ਨਾਨਕ। ਉਹ ਵੱਡਾ ਇਸ ਕਰਕੇ ਨਹੀਂ ਹੈ ਵੀ ਉਹਦੇ ਕੋਲੇ ਰੁਪਈਏ ਜ਼ਿਆਦਾ ਨੇ, ਉਹਦੇ ਕੋਲੇ ਜ਼ਮੀਨ ਜ਼ਿਆਦਾ ਆ ਗਈ, ਉਹਦੇ ਕੋਲੇ ਘਰ-ਬਾਰ ਬਹੁਤ ਵੱਡਾ, ਨਾ, ਵੱਡਾ ਇਸ ਕਰਕੇ ਹੈ ਬਾਬੇ ਨਾਨਕ ਦਾ ਜੀਵਨ ਬੜਾ ਕਮਾਲ ਦਾ, ਰੱਬ ਤੇ ਪਰਮਾਤਮਾ ਤੇ ਭਰੋਸਾ ਰੱਖਣ ਵਾਲਾ। ਜਿਹੜੀ ਆਪਾਂ ਗੱਲ ਕਰਦੇ ਸੀ, ਉਹਨਾਂ ਅੰਦਰ ਹਉਮੈ ਨਹੀਂ ਹੈ, ਹਉਮੈ ਤੋਂ ਰਹਿਤ ਜੀਵਨ ਹੈ। ਹੁਣ ਇੱਥੇ ਰਾਵਣ ਬਹੁਤ ਵੱਡਾ ਨਾ, ਲੰਕਾ ਗੜ ਸੋਨੇ ਕਾ ਪਿਆ। ਬਾਬੇ ਨਾਨਕ ਨੇ ਫਿਰ ਦਰਜ ਕੀਤਾ ਗਾ, ਲੰਕਾ ਗੜ ਉਹਨਾਂ ਦਾ ਤਾਂ ਸੋਨੇ ਦਾ ਭਾਈ। ਪਰ ਮਾਰ ਕਿੱਥੇ ਪੈ ਗਈ? ਉਹਦੇ ਅੰਦਰ ਹਉਮੈ ਆ ਗਈ ਵਿਚਾਰੇ ਅੰਦਰ ਨਾ। ਉਹ ਹਉਮੈ ਦੇ ਹੰਕਾਰ ਵਿੱਚ ਰਤਿਆ ਹੋਇਆ ਕਹਿੰਦਾ ਕੋਈ ਰੱਬ ਰੁੱਬ ਨਹੀਂ। ਕਈ ਵਾਰ ਅਸੀਂ ਨਹੀਂ ਗੱਲ ਕਹਿੰਦੇ। ਚਲੋ ਇੱਕ ਗੱਲ ਸੋਚਣੀ ਪਊਗੀ, ਰਾਵਣ ਤਾਂ ਬਹੁਤ ਵੱਡੀ ਹਸਤੀ ਆ, ਬਹੁਤ ਵੱਡਾ ਅਮੀਰ ਆ, ਹੈ ਨਾ। ਰਾਵਣ ਤਾਂ ਬਹੁਤ ਵੱਡੀ ਹਸਤੀ ਆ ਨਾ, ਬਹੁਤ ਵੱਡਾ ਅਮੀਰ ਹੈਗਾ। ਪਰ ਸੋਚ ਕੇ ਵੇਖਿਓ, ਜਿੱਡੀ ਹਸਤੀ ਰਾਵਣ ਦੀ ਆ, ਓਡੀ ਹਸਤੀ ਆਪਾਂ ਨਹੀਂ ਹਾਂ। ਪਰ ਜਿਹੜੀ ਗੱਲ ਰਾਵਣ ਕਹਿੰਦਾ ਨਾ ਕੋਈ ਰੱਬ ਰੁੱਬ ਨਹੀਂ, ਹਾਲਾਂਕਿ ਕੁਝ ਪੰਜੇ ਗੁਣ ਨੇਗੇ, ਸਾਡੇ 'ਚ ਪੰਜਾਂ ਗੁਣਾਂ 'ਚੋਂ ਇੱਕ ਵੀ ਨਹੀਂ ਹੈ, ਓਡੀ ਵੱਡੀ ਸਾਡੀ ਹਸਤੀ ਵੀ ਨਹੀਂ ਹੈ, ਅਸੀਂ ਫਿਰ ਵੀ ਕਹੀ ਜਾਂਦੇ ਕੋਈ ਰੱਬ ਰੁੱਬ ਨਹੀਂ, ਜੋ ਹਾਂ ਅਸੀਂ ਆ। ਇੱਥੇ ਕੀ ਫਰਕ ਪੈ ਗਿਆ? ਸਾਡੇ ਅੰਦਰ ਹਉਮੈ ਆ ਗਈ। ਫਿਰ ਬਾਬਾ ਨਾਨਕ ਕਹਿੰਦਾ ਕਮਲਿਆ ਵੀ ਉਹਦੇ ਅੰਦਰ ਤਾਂ ਹਉਮੈ ਆਉਣੀ ਸੁਭਾਵਕ ਸੀ, ਤਾਂ ਅਮੀਰ ਵਾਲਾ ਸੀ, ਸਿਆਣਾ ਵਾਲਾ ਸੀ, ਵਿਦਵਾਨ ਸੀ, ਉਹ ਤਾਂ ਧਨੀ ਸੀ, ਉੱਚੀ ਕੁਲ 'ਚ ਪੈਦਾ ਸੀ, ਤੂੰ ਕਿਸ ਗੱਲ ਦਾ ਮਾਣ ਕਰਦਾਂਗਾ? ਗੱਲ ਆਪਣੀ ਆ। ਪਰ ਉੱਥੇ ਉਹਨੂੰ ਵੀ ਭਾਵ ਭੰਡਿਆ, ਥੋੜ੍ਹਾ ਜਿਹਾ ਨਕਾਰਿਆ ਗੁਰੂ ਸਾਹਿਬ ਨੇ। ਕਿਉਂ? ਕਹਿੰਦੇ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹਦੀ ਵੀ ਚੰਦਰੇ ਦੀ ਰੱਬ ਨਾਲ ਪ੍ਰੀਤ ਹੈ ਹੀ ਨਹੀਂ ਸੀ। ਅੱਜ ਪ੍ਰੀਤ ਸਾਡੀ ਵੀ ਟੁੱਟੀ ਪਈ ਆ। ਅੱਜ ਅਸੀਂ ਵੀ ਤੁਲਨਾ ਕਰ ਦਿੰਦੇ ਹਾਂ, ਕੀ ਫਾਇਦਾ ਅੰਮ੍ਰਿਤ ਵਿਠਾਉਣ ਦਾ, ਅੱਧੀ ਰਾਤ ਜਾਣਾ, ਅੱਧੀ ਰਾਤ ਉੱਠਣਾ, ਐਵੇਂ ਬਿੰਦੇ ਬਿੰਦੇ ਉਹੀ ਬਾਣੀ ਪੜ੍ਹੀ ਜਾਣੀ, ਬਿੰਦੇ ਬਿੰਦੇ ਉਹੀ ਸਿਮਰਨ ਕਰੀ ਜਾਣਾ, ਉਹੀ ਗੁਰਦੁਆਰੇ ਜਾਣਾ ਬਿੰਦੇ ਬਿੰਦੇ ਬਾਰ-ਬਾਰ। ਪਰ ਚੇਤਾ ਰੱਖਿਓ, ਬਾਰ-ਬਾਰ ਰੋਟੀ ਉਹੀ ਆ, ਬਾਰ-ਬਾਰ ਦਿਨ ਉਹੀ ਆਉਂਦਾ ਮੁੜ-ਮੁੜ। ਜਿਹੜੀ ਮਾਂ ਨੇ, ਜਿਹੜੀ ਬੱਚੀ ਨੇ, ਭੈਣ ਨੇ, ਜਿਹੜੀ ਪਤਨੀ ਨੇ ਬਾਰ-ਬਾਰ ਰੋਟੀਆਂ ਲਾਈਆਂ, ਉਹ ਹੱਥ ਉਹੀ ਨੇ, ਉਹ ਰਸੋਈ ਬਾਰ-ਬਾਰ ਉਹੀ ਆ। ਬਾਰ-ਬਾਰ ਰੋਜ਼ ਅਸੀਂ ਕੰਮ ਕਰਦੇ ਹਾਂ, ਬੜੇ ਕੰਮ ਨੇ ਜਿਹੜੇ ਬਾਰ-ਬਾਰ ਕਰਦੇ ਹਾਂ। ਜ਼ਮੀਨ ਉਹੀ ਹੈ ਜਿਹੜੀ 'ਚ ਬਾਰ-ਬਾਰ ਕੰਮ ਕਰਨਾ ਪੈਂਦਾ। ਪਰ ਸੋਚਣ ਵਾਲੀ ਗੱਲ ਆ, ਬੰਦਾ ਗੁਰਬਾਣੀ ਤੇ ਆ ਕੇ ਕਹਿੰਦਾ ਬਾਰ-ਬਾਰ ਇੱਕੇ ਗੱਲ ਨੂੰ ਕਿੱਥੇ ਰਿਪੀਟ ਕੀਤਾ ਜਾਂਦਾ ਗਾ।
पर ये विचार गुरदेव पातशाह जी कहते ने जिन्हां दे अंदर हौमे आ उन्हां दा ताईं मिलाप आ जिहड़ा वो रब्बी प्यारिਆਂ नाल कदे नहीं हुंदा गा। हौमे नावे नाल विरोध है, दोए ना बसै एक ठाएं। फिर हौमे दा ते नाम दा आपस विच विरोध आ, दोने एक थां ते नहीं रहिंदे गे। कहण तो भाव जिहड़ी गल आपां करदे सी भी इत्थे रावण वर्गे सारे गुणां दे मालक, धनी बड़े ने, ज्ञानी बड़े बड़े ने, उच्ची कुल च पैदा होए ने, चतर बड़े ने गे, सोहणे बड़े ने, उन्हां दे अंदर हंकार आ गया, उन्हां दे अंदर की आ गया, उन्हां दे अंदर हौमे आ गई। हौमे ने वाहिगुरू परमेश्वर परमात्मा नालों तोड़ दिता। बाकी उहदे सारे गुण ने। एक गल होर देखो, वो राजा बहुत बड़ा पर इज्जत दा एक नंबर आ। नहीं राजे ना इज्जत तो गिरे हुंदे नेगे। जहांगीर ने ना अपने नौकर दे घर वाली ते कब्जा कर लिया सी, नौकर नूं मार के, जिहदी मटी बनी हुई आ आगरे। तुसीं आप ही अंदाजा ला लो। हुण मटियां दो बणियां पईआं ना, अपनी मटी छोटी हुंदी, आपां छोटे व्यक्ति आ, वो बड़ा सी, ओहदी वड्डी मटी बना गया। ओहदी मटी ते लोक जांदे देखण, मटी नूं देखण जांदे। सोच के देखो वो कौन आ? ओहदी अपनी वो घर वाली नहीं जिहड़ी रब्बी निजम उन्हां दे अदारे मुताबक, उन्हां दी संस्था मुताबक, उन्हां दे रूलां मुताबक विआही है, निकाह होया ना जबरदस्ती। इत्थों सिद्ध हो गया ना भी एडे एडे राजे कहते कहाउंदे राजे इज्जत तो गिरे वै। पर यह रावण राजा ये इज्जत का भी सही सी। किसी ने बड़ा सोहना लिखिया, कहते भावें बेशक वो अपनी भैन दे संबंधी बदला लैण दे संबंधी सीता नूं लै गया, पर सोच के वेखण वाली गल आ उहदे राज विच, उहदे महलां विच सीता सुरੱਖਿਅਤ है। सीता नूं खतरा कोई नहीं गा, खतरा नहीं ना कोई। सोच के देखो हुण इत्थों सिद्ध की हुंदा भी वो इन्ना तकड़ा ते बलवान सियाणा राजा, वो भी आखिरकार भाई एक दिन हौमे की बीमारी विच फस गया, जिहदे विच कोई भी औगण नहीं है। दुनियावी तल ते आपां नोट करके वेख लिया, कोई औगण नहीं दिसिया हैगा। पर यह औगण बहुत वड्डा, जिन्हों गुरु साहब ने लिखिया सोने वर्गा शरीर आ साडा, इनू भाई ये औगण ना सुआह बना दिंदा गा। बाणी विच भी लिखिया गा, की लिखिया गा? पातशाह जी कहंदे ना काम क्रोध हौमे हंकार विषय विकार, काम क्रोध काया को गल है, ज्यों जिवें कंचन, कंचन सोना, कंचन सुहागा ढाल है। जिमें सुहागा अग दे मलाप नाल सोने नूं ढाल दिंदा गा, ते ये बीमारियां भी साडे शरीर नूं इउं नाजुक बना दिंदियां ने, खत्म कर दिंदियां ने। इस पासे गुरु साहब जी कहंदे ना तू भाई बचन दा जतन कर, कोशिश कर भी तेरे अंदर हौमे की बीमारी ना आवे। इत्थे मेरे मालक ने दूजे नंबर दे तुक विच लिखिया गा, देह कंचन वे बन्नियां इन हौमै मार विगूतिया। बन्नियां तो भाव सुवन्नगियां, जिमें सुबह सुबह ना मतलब कि सूरज दे पौ फटाले नाल पौधे फुੱਲ अपने खिलते नेगे। देखते ना आपां तरेल पई भी आ बूटियां ते, फसल ते, बनस्पति ते पई है ना, तो किन्ना सुहावना मौसम आ। देह सुवन्नियां सुवन्नगियां मतलब सोहना मौसम। इवें जिमें साडा जिहड़ा शरीर आ बड़ा सोहना बनाया रब ने। कदे अपने शरीर ते ना सर्च करके वेखिए, गौर करके वेखिए, वो वाहिगुरू परमात्मा ने किन्ना कमाल दा साडा शरीर बनाएगा। फिर ये कमाल दा शरीर है, इनू इत्थे लिखिया सोने वर्गा, जां इउं कह लो खुद सोना। सोने वर्गे शरीर नूं हौमे की बीमारी ने भाई खत्म कर दिता। एडे वड्डे सोने वर्गे जीवन नूं हौमे की बीमारी जीरो कर दिंदी है। बस ये तो आपां बचण की कोशिश करनी है। तो हौमे की बीमारी इत्थे आपां नूं सिद्ध हुंदी आ भी क्यों आउंदी आ। चलो तो आपां नूं पता ना, मान लो भी हुण आपां नूं किसी ना किसी तरह की कोई बीमारी आ गई, तो डॉक्टर सियाणा ना वो वेखदा बीमारी तैनूं लगी क्यों आ। जिस पिंड दे विच ना कैंसर दे मरीज ने, डॉक्टर अंदाजा लाउंदा भी तुहाडे पिंड दे हो सकदा पानी माड़ा होवे, वातावरण माड़ा होवे, माहौल आसे पासे तुहाडे चंगा ना होवे। वो वेखदा कारण लभदा। तकरीबन आपां भी वेख लैंदे बच्चे दे पेट दर्द होण लग गया, माँ सोचदी है पुੱਤ की खादा सी। भाव सिद्ध की हो गया भी पहलां ये वेख्या जांदा ये दर्द क्यों होण लग्या। हुण हौमे की बीमारी का तो पता लग गया आपां नूं भी खतरनाक आ, बड़े वारी आपां रिपीट कीती है गल। बीमारी खतरनाक आ, जिन्हों ये बीमारी चंबड़ जाती आ वो खत्म भी हो जाता। पर हुण विचार ये आ भी ये बीमारी आई क्यों।
ਇਹ ਬਿਮਾਰੀ ਦਾ ਸੰਬੰਧ ਕਿਸ ਚੀਜ਼ ਨਾਲ ਹੈ? ਨੰਬਰ 1 ਤੇ ਇਹ ਬਿਮਾਰੀ ਦਾ ਸੰਬੰਧ ਮਨ ਦੇ ਨਾਲ ਹੈ। ਨੰਬਰ 2 ਤੇ ਇਹ ਬਿਮਾਰੀ ਮਨ ਦੇ ਕਰਕੇ ਆਈ ਆ, ਮਨ ਦੇ ਖਿਆਲਾਂ ਕਰਕੇ ਆਈ ਆ। ਆਈ ਕਿਉਂ ਆ? ਇਹਦਾ ਸੰਬੰਧ ਕਿਹਦੇ ਨਾਲ ਆ? ਸੰਬੰਧ ਮਨ ਨਾਲ ਜੁੜਿਆ ਹੋਇਆ। ਆਉਣ ਦਾ ਕਾਰਨ ਇਹ ਮਨ ਦੇ ਵਿਚਾਰਾਂ ਕਰਕੇ ਆਈ ਆ। ਹੁਣ ਮੰਨ ਲਓ ਮਨ ਦੇ ਵਿਚਾਰ ਕੀ ਨੇ? ਸਰੀਰ ਹੋ ਗਿਆ ਤਕੜਾ, ਬਲਵਾਨ, ਪਹਿਲਵਾਨ ਬਣ ਗਏ, ਕਿਸੇ ਵੀ ਗੇਮ ਦੇ ਮਾਹਰ ਬਣ ਗਏ, ਆਪਾਂ ਕਿਸੇ ਕਿੱਤੇ ਦੇ ਮਾਹਰ ਬਣ ਗਏ। ਮਨ 'ਚ ਖਿਆਲ ਕੀ ਹੈਗਾ? ਮੇਰੇ ਵਰਗਾ ਕੋਈ ਨਹੀਂ। ਬਸ ਇੰਨੀ ਕਹਾਣੀ ਹੈ ਨਾ। ਮਨ ਦੇ ਵਿੱਚ ਖਿਆਲ ਆ ਵੜਿਆ। ਹੁਣ ਜਦੋਂ ਮਨ ਦੇ ਵਿੱਚ ਖਿਆਲ ਆ ਵੜਿਆ ਤੇ ਹਉਮੈ ਨੇ ਪੈਰ ਜਮਾ ਲਏ, ਉਹ ਅੰਦਰ ਆ ਵੜੀ। ਤੇ ਹੁਣ ਜੇ ਗੱਲ ਹੁੰਦੀ ਵੀ ਨਹੀਂ ਮੈਂ ਨਹੀਂ ਤਕੜਾ, ਮੈਂ ਨਹੀਂ ਬਲਵਾਨ ਹਾਂ, ਮੈਂ ਪਹਿਲਵਾਨ ਕਿੱਥੇ? ਜੋ ਕੁਝ ਕਰਤਾ ਧਰਤਾ ਵਾਹਿਗੁਰੂ ਪਰਮੇਸ਼ਰ ਆਪ ਹੈ। ਹੁਣ ਮਨ ਨੇ ਕੀ ਸੋਚਿਆ ਵੀ ਆਪਾਂ ਕਿਸੇ ਤੋਂ ਕੀ ਲੈਣਾ? ਮਨ ਨੇ ਇੰਨੀ ਗੱਲ ਕੀਤੀ ਨਾ, ਵਿਚਾਰ, ਮਨ ਦੀ ਖਿਆਲ, ਮਨ ਦੇ ਖਿਆਲਾਂ ਕਰਕੇ ਅੰਦਰ ਹਉਮੈ ਆ ਗਈ। ਹਉਮੈ ਆ ਕੇ ਆਪਣਾ ਪੈਰ ਧਰ ਲਿਆ। ਫਿਰ ਉਹ ਜਾਂਦੀ ਨਹੀਂ ਹੈ, ਫਿਰ ਨਹੀਂ ਜਾਂਦੀ ਗੀ। ਚਲੋ ਮੰਨ ਲਓ ਇੱਥੇ ਤਾਂ ਬੰਦੇ ਨੂੰ ਕਈ ਵਾਰ ਨਾ, ਚਲੋ ਚੰਗੇ ਕੰਮ ਦੀ ਹਉਮੈ ਤਾਂ ਹੁੰਦੀ ਆ, ਆਪਾਂ ਨੂੰ ਪਤਾ ਮਨ ਦੇ ਵਿਚਾਰਾਂ ਕਰਕੇ ਸਰੀਰ ਨੇ ਕੋਈ ਕੰਮ ਕੀਤਾ, ਮਨ ਵਿਚਾਰ ਬਦਲ ਗਿਆ, ਖਿਆਲ ਬਦਲ ਗਿਆ, ਗੁਰੂ ਨੂੰ ਟੁੱਟਿਆ ਹੋਇਆ ਗਾ, ਅੰਦਰ ਹਉਮੈ ਆ ਵੜੀ। ਇੱਥੇ ਤਾਂ ਕਈ ਵਾਰ ਆਪਾਂ ਨੂੰ ਵੇਖਣ ਨੂੰ ਮਿਲਦਾ ਵੀ ਹਉਮੈ ਮਾੜੇ ਕੰਮ ਕਰਨ ਵਾਲਿਆਂ ਨੂੰ ਵੀ ਹੁੰਦੀ ਆ। ਹੁਣ ਚੋਰੀ ਕਰਨ ਵਾਲਾ ਨਾ, ਤੇ ਚੋਰੀ ਕਰਨ ਵਾਲਾ ਚੋਰੀ ਕਰਦਾ, ਗੰਦੇ ਕੰਮ ਕਰਦਾ ਗਾ, ਉਹ ਵੀ ਹੰਕਾਰੀ ਹੈ। ਕਿਉਂ? ਕਹਿੰਦਾ ਲੈ ਮੈਂ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਮੈਂ ਲੱਖ 'ਚ ਘਪਲਾ ਕਰ ਗਿਆ, ਲੈ ਮੈਨੂੰ ਫੜ ਕੇ ਦਿਖਾਵੇ ਕੋਈ, ਉਹਨੂੰ ਵੀ ਹਉਮੈ ਆ ਗਈ। ਮੈਂ ਏਡੀ ਵੱਡੀ ਚੋਰੀ ਕਰ ਲਈ, ਮੈਨੂੰ ਫੜ ਕੇ ਵਿਖਾਵੇ ਕੋਈ। ਮੈਂ ਨਸ਼ੇ ਇੰਨੇ ਭਾਵ ਗੁੱਝੇ ਢੰਗ ਨਾਲ ਸਪਲਾਈ ਕਰਦਾ, ਲੈ ਪੁਲਿਸ ਛੱਡ, ਭਾਵੇਂ ਪੂਰੇ ਪੰਜਾਬ ਦੀ ਪੁਲਿਸ ਲੱਗ ਜੇ, ਮੈਨੂੰ ਫੜ ਕੇ ਵਿਖਾਵੇ ਕੋਈ। ਹੰਕਾਰ ਉਹਨੂੰ ਵੀ ਆ ਗਿਆ, ਪਰ ਮਾਰ ਜ਼ਰੂਰ ਪੈਂਦੀ ਆ। ਆਪਣੀ ਕਹਾਵਤ ਆ, ਹੰਕਾਰਿਆ ਸੋ ਮਾਰਿਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਇਹ ਹਰੇਕ ਦੇ ਅੰਦਰ ਆਉਂਦੀ ਹੈ ਭਾਈ। ਆਉਂਦੀ ਕਿਉਂ ਆ? ਮਨ ਦੇ ਵਿਚਾਰਾਂ ਕਰਕੇ। ਤੇ ਇਹਦਾ ਸੰਬੰਧ ਕਿਹਦੇ ਨਾਲ ਆ? ਮਨ ਨਾਲ। ਫਿਰ ਇਸੇ ਕਰਕੇ ਗੁਰੂ ਨੇ ਸਾਨੂੰ ਆਉਂਦੇ ਹੀ ਦੇਹਲੀ ਤੋਂ ਇਹ ਗੱਲ ਕਹਿਤੀ ਵੀ ਜਦੋਂ ਵੀ ਤੂੰ ਮੇਰੇ ਕੋਲੇ ਆਵੇਂਗਾ ਨਾ, ਮਨ ਨੂੰ ਆਉਣ ਸਾਰ, ਜਿਵੇਂ ਆਪਾਂ ਮੰਨ ਲਓ ਗੋਲਕ ਦੇ ਵਿੱਚ 5-7 ਰੁਪਈਏ 10 ਰੁਪਈਏ ਆਪਣੀ ਇੱਛਾ ਮੁਤਾਬਕ ਪਾਉਨੇ ਆ, ਜੋ ਵੀ ਆਪਣੀ ਮਤਲਬ ਇੱਕ ਦਰਸ਼ਨੀ ਭੇਟ ਆ। ਇਹ ਕੀ ਹੁੰਦੀ ਆ? ਦਰਸ਼ਨੀ ਭੇਟ ਆ। ਵੀ ਚਲੋ ਖਾਲੀ ਹੱਥ ਨਹੀਂ ਗਏ ਆਪਾਂ, ਕੁਛ ਨਾ ਕੁਛ ਪਾਤਾ। ਗੁਰੂ ਸਾਹਿਬ ਕਹਿੰਦੇ ਇਵੇਂ ਜਿਵੇਂ ਜਦੋਂ ਮੇਰੇ ਕੋਲੇ ਆਵੇਂਗਾ ਨਾ ਪੁੱਤ, ਤੇ ਮਨ ਵੀ ਉੱਥੇ ਹੀ ਰੱਖ ਦਿਆ ਕਰ, ਤੂੰ ਇਕੱਲਾ ਜਾ ਕੇ ਬਹਿ ਜਾ ਕਰ ਇੱਧਰਲੇ ਪਾਸੇ। ਭਾਵ ਜਦੋਂ ਤੂੰ ਮੇਰੇ ਕੋਲੇ ਆਵੇਂਗਾ, ਜਿੱਥੇ ਤੂੰ ਰੁਪਈਏ ਮਤਲਬ ਦਰਸ਼ਨੀ ਭੇਟਾ ਰੱਖੀ ਆਪਣੀ, ਕੋਈ ਖੇਸ ਟੋਟਾ ਲਾ ਲਓ, ਵੀ ਜਿਸ ਤਰ੍ਹਾਂ ਦੀ ਵੀ ਸਾਡੀ ਭਾਵਨਾ, ਉੱਥੇ ਨਾਲ ਦੀ ਨਾਲ ਮਨ ਰੱਖ ਦਿਆ ਕਰ। ਫਿਰ ਕੀ ਕਹੇਂਗਾ? ਮੇਰਾ ਮੁੱਝ ਮੈਂ ਕਿਛ ਨਹੀਂ, ਮਨ ਹੀ ਕਹਿੰਦਾ ਜੋ ਕੁਝ ਹੈ ਮੇਰੇ ਹੀ ਆ। ਤਨ ਨਹੀਂ ਕਹਿੰਦਾ ਹੈਗਾ। ਤਨ ਤਾਂ ਵਿਚਾਰਾ ਆਗਿਆਕਾਰੀ, ਤਨ ਤਾਂ ਮਨ ਦਾ ਨੌਕਰ ਹੈਗਾ। ਹੰਕਾਰ ਆ ਜਿਹੜਾ ਨਾ, ਉਹ ਤਨ ਨੂੰ ਨਹੀਂ ਹੈ, ਹੰਕਾਰ ਆ ਜਿਹੜਾ ਉਹ ਮਨ ਨੂੰ ਆਗਾ। ਹੁਣ ਜੇ ਮਨ ਨੂੰ ਹੰਕਾਰ ਆ ਤੇ ਮਨ ਗੁਰੂ ਸਾਹਿਬ ਨੇ ਮੰਗ ਲਿਆ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਇਸੇ ਕਰਕੇ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਜੀ 2 ਪੰਕਤੀਆਂ ਦੇ ਆਪਾਂ ਵਿਚਾਰ ਕਰ ਰਹੇ ਹਾਂ। ਪਹਿਲੇ ਨੰਬਰ ਤੇ ਗੁਰੂ ਸਾਹਿਬ ਕਹਿੰਦੇ ਹਉਮੈ ਨੂੰ ਮਾਰ ਦੇ। ਦੂਜੇ ਨੰਬਰ ਤੇ ਜ਼ਿਕਰ ਕੀਤਾ ਸੀ ਇਹ ਸਾਡੇ ਸੋਨੇ ਵਰਗੇ ਸਰੀਰ ਨੂੰ ਨਾ ਮਿੰਟਾਂ ਸਕਿੰਟਾਂ ਦੇ ਵਿੱਚ ਸੁਆਹ ਬਣਾ ਦਿੰਦੀ ਹੈ, ਇੰਨੀ ਚੰਦਰੀ ਬਿਮਾਰੀ ਆ। ਆਸਾ ਦੀ ਵਾਰ ਵਿੱਚ ਵੀ ਪੜ੍ਹਦੇ ਨੇ, ਹਉਮੈ ਦੀਰਘ ਰੋਗ ਹੈ। ਇਹ ਰੋਗ ਬੜਾ ਖਤਰਨਾਕ ਆ, ਪਰ दारू ਵੀ ਇਹਦੇ ਵਿੱਚ ਹੀ ਹੈਗੀ। ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ। ਫਿਰ ਅੱਗੇ ਕੀ ਲਿਖਿਆ? ਕਿਰਪਾ ਕਰੇ ਜੇ ਆਪਣੀ, ਜੇ ਉਹ ਵਾਹਿਗੁਰੂ ਕਿਰਪਾ ਕਰੇ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਹੁਣ ਇਸ ਗੱਲ ਨੂੰ ਪਿੱਛੇ ਫੇਰ ਲੈ ਜਿਓ। ਹਉਮੈ ਦਾ ਸੰਬੰਧ ਕਿਹਦੇ ਨਾਲ ਆ? ਮਨ ਦੇ ਵਿਚਾਰਾਂ ਨਾਲ। ਮਨ ਦੇ ਵਿਚਾਰ ਗਲਤ ਨੇ, ਹਉਮੈ ਆ ਵੜੀ। ਮਨ ਦੇ ਵਿਚਾਰ ਗੁਰੂ ਅਨੁਸਾਰ ਹੋ ਗਏ, ਹਉਮੈ ਬਾਗੀ। ਇੰਨੇ ਕੰਮ ਆ ਬਸ। ਮਨ ਦੇ ਵਿਚਾਰ ਸਾਡੇ ਅਨੁਸਾਰ ਨੇ, ਹਉਮੈ ਆ ਵੜੀ। ਮਨ ਦੇ ਵਿਚਾਰ ਗੁਰੂ ਮੁਤਾਬਕ ਹੋ ਗਏ, ਹਉਮੈ ਬਾਗੀ। ਕਿਸੇ ਨੇ ਸਲਾਹ ਤਾਂ ਨਾ ਵੀ ਯਾਰ ਤੂੰ ਬੜਾ ਸੋਹਣਾ ਲੱਗਦਾ, ਯਾਰ ਤੇਰੇ ਵਰਗਾ ਤਾਂ ਗੱਭਰੂ ਨਹੀਂ ਕੋਈ ਹੈ। ਮੰਨ ਲਓ ਕਹੇ ਤਾਂ ਨਾ, ਜੇ ਤਾਂ ਹੁਣ ਗੁਰੂ ਨੂੰ ਪੁੱਛ ਲਿਆ ਵੀ ਜਿਹੜੀ ਗੱਲ ਇਹਨੇ ਕਹੀ ਆ ਵੀ ਤੂੰ ਦੱਸ ਮੈਂ ਠੀਕ ਆ, ਗੁਰੂ ਕਹਿੰਦਾ ਨਹੀਂ ਭਾਈ, ਜੇ ਤੈਨੂੰ ਕਿਸੇ ਨੇ ਵਡਿਆਈ ਦਿੱਤੀ ਆ ਨਾ, ਉਹ ਸਭ ਵਡਿਆਈ ਪਰਮੇਸ਼ਰ ਕਰਕੇ ਮਿਲੀ ਆ। ਕਹੋ ਨਾਨਕ ਸਭ ਤੇਰੀ ਵਡਿਆਈ। ਹੁਣ ਇਹ ਲਫ਼ਜ਼ ਉੱਥੇ ਸਾਡੇ ਅੰਦਰ ਆ ਜਾਂਦਾ, ਫਿਰ ਹਉਮੈ ਨਹੀਂ ਸੀ ਆਉਂਦੀ। ਚੱਲ ਕਹੇ ਤਾਂ ਆਪਾਂ ਨੂੰ ਕੀ ਮਤਲਬ ਹੈ, ਜੇ 20 ਕਹਿਣ ਵਾਲੇ ਨੇਗੇ, ਠੀਕ ਹੈ ਨਾ। ਉਹ ਹੋਰ ਦੂਜਾ ਪੱਖ, ਜਿਵੇਂ ਕਈ ਵਾਰ ਕੋਈ ਕਹਦੇ ਤੂੰ ਤਾਂ ਉਹੀ ਆ ਬਿੰਗਾ ਬੋਲਾ ਜਾ,
ਨਾ ਤੈਨੂੰ ਤੁਰਨ ਦਾ ਚੱਜ, ਨਾ ਤੈਨੂੰ ਹੱਸਣ ਦਾ ਚੱਜ, ਨਾ ਤੈਨੂੰ ਖਾਣ ਦਾ ਚੱਜ, ਨਾ ਤੈਨੂੰ ਪਹਿਨਣ ਦਾ ਚੱਜ। ਬੰਦਾ ਉਹ ਸੁਣੀ ਹੋਈ ਗੱਲ ਨੂੰ ਅਣਸੁਣੀ ਕਰ ਦਿੰਦਾ। ਉਹਨੂੰ ਦਿਮਾਗ 'ਚ ਲਾਉਂਦਾ ਨਹੀਂ ਲਾਉਂਦਾ। ਜੇ ਕਿਸੇ ਨੇ ਵਡਿਆਈ ਕਰਤੀ, ਉਹਨੂੰ ਬਾਰ-ਬਾਰ ਫਿਰ ਦੂਜੇ ਨਾਲ ਦੇ ਨੂੰ ਪੁੱਛੂ ਵੀ ਜਿਵੇਂ ਉਹਨੇ ਮੇਰੀ ਵਡਿਆਈ ਕੀਤੀ ਆ ਉਵੇਂ ਦਾ ਮੈਂ ਹਾਂ ਵੀ ਕਿ ਹੈ ਨਹੀਂ ਗਾ। ਮਤਲਬ ਜੇ ਤਾਂ ਕਿਸੇ ਨੇ ਉਪਮਾ ਕੀਤੀ ਆ ਤਾਂ ਬੰਦਾ ਉਹ ਉਪਮਾ ਦੀ ਬਿਮਾਰੀ ਵਿੱਚ ਫਸ ਜਾਂਦਾ, ਤੇ ਜੇ ਕਿਸੇ ਨੇ ਨਿੰਦਤਾ, ਉਹ ਨਿੰਦੀ ਹੋਈ ਗੱਲ ਨੂੰ ਉਹ ਅੱਖਾਂ ਤੋਂ ਪਰੋਖੇ ਕਰਨ ਦਾ, ਕੰਨਾਂ ਤੋਂ ਪਰੋਖੇ ਕਰਨ ਦਾ। ਇਵੇਂ ਜਿਵੇਂ ਗੁਰੂ ਸਾਹਿਬ ਕਹਿੰਦੇ, ਜਿਵੇਂ ਤੈਨੂੰ ਬੁਰੀ ਗੱਲ ਚੰਗੀ ਨਾ ਲੱਗਦੀ ਉਹਨੂੰ ਤੂੰ ਸਾਈਡ ਤੇ ਕਰਤਾ, ਇਵੇਂ ਜਿਵੇਂ ਤੇਰੀ ਕੋਈ ਵਡਿਆਈ ਕਰੇ ਉਸ ਗੱਲ ਨੂੰ ਵੀ ਸਾਈਡ ਤੇ ਕਰ ਦਿਆ ਕਰ। ਉਸ ਗੱਲ ਨੂੰ ਆਪਾਂ ਕਰਨਾ ਪਾਸੇ ਕਰ ਦਿਆ ਕਰਨਾ, ਉਸ ਗੱਲ ਨੂੰ ਆਪਣੇ ਅੱਗੇ ਨਹੀਂ ਲੈ ਕੇ ਆਉਣਾਗਾ। ਹੁਣ ਕੀ ਆ, ਜਦੋਂ ਵਡਿਆਈ ਹੋ ਗਈ ਬੰਦਾ ਹੰਕਾਰ 'ਚ ਆ ਗਿਆ, ਜਦੋਂ ਨਿੰਦਿਆ ਹੋਈ ਆ ਬੰਦਾ ਚੁੱਪ ਕਰ ਗਿਆ। ਹੁਣ ਮੰਨ ਲਓ ਮੈਨੂੰ ਕਿਸੇ ਨੇ 2-4 ਗਾਲਾਂ ਕੱਢਤੀਆਂ, ਨਿੰਦਤਾ, ਤੇ ਮੈਂ ਤੁਹਾਨੂੰ ਥੋੜ੍ਹੀ ਦੱਸੂਗਾ। ਤੇ ਜੇ ਮੈਨੂੰ ਕਿਸੇ ਨੇ ਵਡਿਆਇਆ ਨਾ, ਮੇਰੀ ਵਡਿਆਈ ਕੀਤੀ ਆ, ਤੇ ਮੈਂ ਤੁਹਾਨੂੰ ਵੀ ਦੱਸੂ, ਆਪਣੇ ਭਰਾਵਾਂ ਨੂੰ ਵੀ ਦੱਸੂਗਾ, ਮਤਲਬ ਦੋਸਤ ਮਿੱਤਰਾਂ ਨੂੰ ਵੀ ਯਾਰ ਮੈਨੂੰ ਤਾਂ ਫਲਾਣੇ ਨੇ ਕਹਿਤਾ ਵੀ ਤੇਰੇ ਚਾਹ ਗੁਣਾ, ਤੂੰ ਤਾਂ ਪੜ੍ਹਦਾ ਬੜਾ ਸੋਹਣਾ ਗਾ, ਤੂੰ ਤਾਂ ਅਮੀਰ ਬਹੁਤ ਵੱਡਾ ਗਾ, ਤੂੰ ਤਾਂ ਬੜਾ ਵਧੀਆ ਬੰਦਾ ਗਾ, ਤੇਰੇ ਵਰਗਾ ਹੀ ਨਹੀਂ ਕੋਈ ਹੋਰ। ਇਵੇਂ ਜਿਵੇਂ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਜੇ ਵਡਿਆਈ ਆ ਤਾਂ ਵੀ ਉਹਦੀ ਆ, ਜੇ ਨਿੰਦਾ ਤਾਂ ਵੀ ਹੁੰਦੀ ਆ। ਹੁਣ ਆਪਾਂ ਵਚਨ ਕੀ ਪੜ੍ਹਦੇ ਨੇ, ਕਹੋ ਨਾਨਕ ਸਭ ਤੇਰੀ ਵਡਿਆਈ। ਸੱਚੇ ਪਾਤਸ਼ਾਹ ਨੂੰ ਪੁੱਛ ਲੈਣਾ ਆਪਾਂ ਉਸ ਟਾਈਮ ਤੇ ਵੀ ਜਿਹੜੀ ਮੇਰੀ ਵਡਿਆਈ ਕੀਤੀ ਆ ਇਹ ਮੇਰੀ ਕੀਤੀ ਹੈ ਕਿ ਤੇਰੀ ਕੀਤੀ ਆ। ਫਿਰ ਨਿਗਾਹ ਕੀ ਪਊਗੀ, ਜਦੋਂ ਆਪਾਂ ਗੁਰੂ ਕੋਲੇ ਜਾਵਾਂਗੇ ਨਾ, ਗੁਰੂ ਨੂੰ ਪੁੱਛਾਂਗੇ, ਫਿਰ ਗੁਰੂ ਦੱਸ ਦੂਗਾ, ਪੁੱਤ ਜੇ ਤੇਰਾ ਤਨ ਸੋਹਣਾ ਨਾ ਇਹ ਤੈਂ ਨਹੀਂ ਬਣਾਇਆ, ਮਾਣ ਤਾਂ ਤੂੰ ਤਾਂ ਕਰੇ ਨਾ ਜੇ ਤੂੰ ਆਪ ਬਣਾਇਆ ਹੋਵੇ, ਇਹ ਤਾਂ ਰੱਬ ਨੇ ਬਣਾਇਆ, ਵਾਹਿਗੁਰੂ ਨੇ ਘੜਿਆਗਾ। ਤੇ ਜੇ ਵਾਹਿਗੁਰੂ ਨੇ ਘੜਿਆਗਾ ਫਿਰ ਵਾਹਿਗੁਰੂ ਦੀ ਘੜੀ ਹੋਈ ਚੀਜ਼ ਵਾਹਿਗੁਰੂ ਦੀ ਹੋਈ ਆ, ਫਿਰ ਆਪਣੀ ਵਡਿਆਈ ਥੋੜ੍ਹੀ ਆ। ਕਹੋ ਨਾਨਕ ਸਭ ਤੇਰੀ ਵਡਿਆਈ। ਹਉਮੈ ਆਈ ਨਹੀਂ ਬਸ। ਹਉਮੈ ਕਦੋਂ ਆ ਗਈ, ਜਦੋਂ ਅਸੀਂ ਮਤਲਬ ਕਿ ਉਸ ਵਡਿਆਈ ਹੋਈ ਗੱਲ ਦੇ, ਜਿਹੜੀ ਸ਼ੋਭਾ ਵਾਲੀ ਗੱਲ ਆ, ਉਹਦੀ ਗ੍ਰਿਫਤ ਵਿੱਚ ਆ ਗਏ। ਠੀਕ ਹੈ ਨਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਹਉਮੈ ਦੀ ਬਿਮਾਰੀ ਬੜੀ ਖਤਰਨਾਕ ਆ, ਪਰ ਬਿਮਾਰੀ ਦਾ ਸੰਬੰਧ ਮਨ ਨਾਲ ਆ, ਮਨ ਦੇ ਵਿਚਾਰਾਂ ਨਾਲ ਆ, ਤੇ ਮਨ ਦੇ ਵਿਚਾਰ ਗੁਰੂ ਆਸੇ ਅਨੁਸਾਰ ਹੋ ਜਾਣ, ਹਉਮੈ ਤੋਂ ਬਚ ਜਾਵਾਂਗੇ। ਮਨ ਦੇ ਵਿਚਾਰ ਆਪਣੇ ਮਤ ਮੁਤਾਬਕ ਹੋ ਗਈ ਤਾਂ ਹਉਮੈ ਦੀ ਬਿਮਾਰੀ ਵਿੱਚ ਆ ਵੜਾਂਗੇ। ਫਿਰ ਆਸਾ ਦੀ ਵਾਰ ਦਾ ਪਾਵਨ ਸ਼ਬਦ ਕੀ ਸੀ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ, ਜੇ ਉਹ ਵਾਹਿਗੁਰੂ ਕਿਰਪਾ ਕਰੇ ਤਾਂ ਗੁਰ ਕਾ ਸ਼ਬਦ ਕਮਾਹੇ। ਉੱਥੇ ਵੀ ਗੁਰੂ ਦੇ ਸ਼ਬਦ ਨੂੰ ਕਮਾਉਣ ਦੀ ਹੀ ਗੱਲ ਆਈ ਹੈ, ਉੱਥੇ ਗੁਰੂ ਦੇ ਸ਼ਬਦ ਨੂੰ ਕਮਾਉਣ ਦੀ ਗੱਲ ਆਈ ਆ। ਠੀਕ ਹੈ ਨਾ। ਹੁਣ ਅੱਗੇ ਪਾਸੇ ਜ਼ਿਕਰ ਕਰਦੇ ਨੇ, ਮੋਹ ਮਾਇਆ ਬੇ ਸਭ ਕਾਲਖਾ। ਇਹ ਮੋਹ, ਇਹ ਮਾਇਆ, ਸਭ ਕੁਝ ਕੀ ਆ, ਕਾਲਖ। ਕਾਲਖ ਮੀਨਜ ਸਵਾਹ। ਮੋਹ ਮਾਇਆ ਸਭ ਕਾਲਖਾ, ਮਨਮੁਖ ਮੂੜ ਸੋ ਜੁਤੀਆ। ਮਨਮੁਖ ਮੂੜ ਭਾਵ ਮਨ ਦੇ ਪਿੱਛੇ ਲੱਗਣ ਵਾਲੇ ਮਨੁੱਖ ਨੇ ਆਪਣੇ ਜੀਵਨ ਨੂੰ ਬਰਬਾਦ ਕਰ ਲਿਆ। ਜਨ ਨਾਨਕ ਗੁਰਮੁਖ ਉਭਰੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨਾ, ਨਾਨਕ ਕਹਿ ਰਿਹਾ ਗਾ, ਗੁਰਮੁਖ ਰੱਬ ਦੇ ਪਿਆਰੇ ਉਭਰੇ, ਬਚ ਗਏ। ਉਹ ਬਚ ਗਏ ਭਾਈ, ਜਿਹੜੇ ਆਪਣੇ ਮੂਲ ਕਿੱਲੀ ਨਾਲ ਜੁੜੇ ਰਹਿ ਗਏ। ਨਾਨਕ ਗੁਰਮੁਖ ਉਭਰੇ, ਗੁਰ ਸ਼ਬਦੀ ਹਉਮੈ ਛੁੱਟੀਆ। ਗੁਰੂ ਦੇ ਸ਼ਬਦ ਰਾਹੀਂ ਹੀ ਹਉਮੈ ਤੋਂ ਬਚਿਆ ਜਾ ਸਕਦਾ ਹੈ, ਨਹੀਂ ਇਹਦੇ ਤੋਂ ਬਚਣਾ ਮੁਸ਼ਕਲ ਹੈ। ਆਪਾਂ ਪਹਿਲਾਂ ਗੱਲ ਕੀਤੀ ਆ ਚੰਗੇ ਕੰਮ ਦੀ, ਚੰਗੇ ਜੀਵਨ ਦੀ, ਚੰਗੇ ਸਰੀਰ ਦੀ, ਚੰਗੇ ਪਰਿਵਾਰ ਦੀ, ਅਮੀਰ ਪਰਿਵਾਰ ਦੀ, ਭਾਵ ਹਉਮੈ ਆਉਣੀ ਸੁਭਾਵਿਕ ਆ, ਪਰ ਇੱਥੇ ਤਾਂ ਮਾੜੇ ਕੰਮ ਕਰਨ ਵਾਲੇ ਵੀ ਹਉਮੈ ਦੀ ਗ੍ਰਿਫਤ ਵਿੱਚ ਫਸੇ ਪਏ ਨੇ। ਬਚਣ ਦਾ ਇੱਕੋ ਇੱਕ ਤਰੀਕਾ ਗੁਰੂ ਦੇ ਸ਼ਬਦ ਨਾਲ ਆਪਾਂ ਜੁੜੀਏ। ਸੋ ਸਭ ਦਾ ਧੰਨਵਾਦ। ਇੱਥੋਂ ਤੱਕ ਅੱਜ ਦੇ ਸ਼ਬਦ ਦੀ ਵਿਚਾਰ ਹੈ। 4 ਪੰਕਤੀਆਂ ਦੀ ਆਪਾਂ ਵਿਚਾਰ ਕੀਤੀ ਹੈ ਇੱਕ ਸ਼ਬਦ ਵਿੱਚੋਂ। ਗੁਰੂ ਕਿਰਪਾ ਕਰੇ ਜੋ ਪੜ੍ਹਿਆ, ਜੋ ਸੁਣਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ, ਤਾਂ ਹੀ ਸਾਡਾ ਜੀਵਨ ਸੋਹਣਾ ਗਾ। ਸੋ ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ